ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਰਾਖੋ ਆਪਣੀ ਸ਼ਰਨ ਪ੍ਰਭ ਮੋਹਿ, ਕਿਰਪਾ ਤਾਰੇ। सेवा कछु न जानो, नीच मूर्खारे। राखो अपनी शरण प्रभ, मोहि कृपा तारे। सेवा कछु न जानो, नीच मूर्खारे। मान करूं तुध उपरे, मेरे प्रीतम प्यारे। हमें अपराधी सद भूलते, तुम बख्शनहारे। रहा हमें अवगन करें असंख नीत, तुम निर्गुण दातारे। दासी संगत प्रभु त्याग, हे कर्म हमारे। तुम देव हो सब किछ दया तार, हम अकृत कन्हारे। लाग परे तेरे दान स्यों, नह चित खस मारे। तुझ ते बाहर किछ नहीं, भव काटन हारे। कहो नानक शरण दयाल गुर, लिह मुग्ध उधारे। तुझ ते बाहर किछ नहीं, भव काटन हारे। कहो नानक शरण दयाल गुर, लिह मुग्ध उधारे। वाहिगुरु जी का खालसा, वाहिगुरु जी की फतेह। जुगो जुग अटल शब्द सतगुरु धन धन गुरु ग्रंथ साहिब जी। गुरु पातशाह जी की अपार बख्शिश, शाम समय सत्संगत का समा असी प्राप्त किया है। इस समा लड़ीवार गुरबाणी व्याख्या का है, जिस विच बिलावल राग के बचन गुरु अर्जन पातशाह जी का पावन संदेश असी विचारते हाँ। आप जी ने इस मुकामी उपदेश का रहाव का पदा बीते कल बाविस्तार सरवण किया सी व्याख्यान के तौर पर। नो डाउट अज भी असी विचार इत्थों ही शुरू करांगे, पर ज़्यादा समा असी बाविस्तार बाकी सारे शब्द तो विचारण ते लगावांगे। रहाव दे पदे च गुरुदेव कह रहे सन, मान करों तुध उपरे, मेरे प्रीतम प्यारे। प्रीतम प्यारे, प्रीत का सब तो वड्डा सोर्स, सब तो जिहदा नाम ही प्यार है, रब। मैनू तेरे ते मान है, मुराद ये हुई है, मन लई तू सब तो वड्डा सहारा आ। मेरे लिए तेरे तो वड्डी टेक कोई नहीं गई, तू सुपीरियर है मेरे वास्ते, तू सब तो सर्वोच्च है। इस करके मैं तेरे ते ही अपने आप को आश्रित करदा हाँ। मान करूं तुध उपरे, मेरे प्रीतम प्यारे। हम अपराधी सद भूलते, ते मन की दशा के तौर पर साडा सुभाव पैर पैर ते भुल्लां करनियां है, गलतियां करना है। तो उन्हां गलतियां दा जो एंड रिजल्ट या कॉन्सिक्वेंसिस ने, वो अपराध है। सो हम अपराधी सद भूलते, पर तेरे बाबत फिर मैं कहांगा, तुम बख्शनहारे। तू साडियां गलतियां नहीं जतारदा, तू सानू मुआफ कर देना है। जिहड़ी फॉरगिवनेस आ, ये तेरा सही रूप दे नेचर आ। ये रहाव का पता सीगा। बीते कल इहदियां जिहड़ियां खास करके साडे जीवन विच इंप्लीकेशनस ने,
ਉਹਦੀ ਬਾਤ ਕੀਤੀ ਸੀ ਡਿਟੇਲਡ ਵੇ ਦੇ ਨਾਲ। ਸ਼ੁਰੂਆਤੀ ਪਦੇ ਤੋਂ ਅੱਜ ਅਸੀਂ ਵਿਚਾਰ ਅੱਗੇ ਤੋਰਦੇ ਹਾਂ। ਗੁਰਦੇਵ ਕਹਿੰਦੇ ਨੇ, ਰਾਖੋ ਆਪਣੀ ਸ਼ਰਨ ਪ੍ਰਭ, ਮੋਹਿ ਕਿਰਪਾ ਤਾਰੇ। ਮੋਹੇ ਮੇਰੇ ਤੇ, ਮਤਲਬ ਆਪਣੇ ਆਪ ਨੂੰ ਪ੍ਰੈਜ਼ੈਂਟ ਕੀਤਾ ਜਾ ਰਿਹਾ ਹੈ, ਡੈਡੀਕੇਟ ਕੀਤਾ ਜਾ ਰਿਹਾ ਰੱਬ ਜੀ ਵਾਲੇ ਰਾਹ ਦੇ ਉੱਤੇ, ਤੇ ਆਪਣੇ ਤੇ ਬਾਜ਼ ਟੁਕਾ ਕੇ ਕਹੀ ਜਾ ਰਹੀ ਹੈ ਵੀ ਹੇ ਸਭ ਤੇ ਕਿਰਪਾ ਕਰਨ ਵਾਲੇ, ਮੇਰੇ ਤੇ ਵੀ ਕਿਰਪਾ ਕਰ, ਤਰਸ ਕਰ। ਮੈਂ ਤੇਰੀ ਮਰਸੀ ਦਾ ਸੀਕਰ ਹਾਂ, ਮੈਂ ਤੇਰੀ ਦਇਆ ਲੱਭ ਰਿਹਾ, ਮੇਰੇ ਤੇ ਤਰਸ ਕਰ ਦੇ। ਕਿਆ ਮੋਹਿ ਕਿਰਪਾ ਧਾਰੇ, ਰਾਖੋ ਆਪਣੀ ਸ਼ਰਨ ਪ੍ਰਭ। ਤੇ ਕਿਰਪਾ ਇਹ ਕਰ ਕਿ ਮੈਨੂੰ ਆਪਣੀ ਸ਼ਰਨ ਆਏ ਨੂੰ ਬਚਾ ਲੈ। ਟੂ ਟੇਕ ਰਿਫਿਊਜ਼, ਟੂ ਟੇਕ ਸਮ ਸੋਰਟ ਆਫ, ਯੂ ਕੈਨ ਸੇ, ਸ਼ੈਲਟਰ ਅੰਡਰ ਦਾ ਸ਼ਾਵਰਿੰਗ ਆਫ ਰੱਬ ਜੀ's ਮਰਸੀ। ਇਸ ਕਿਸਮ ਦੀ ਬਾਤ ਹੋ ਰਹੀ ਹੈ। ਇਹਦੇ ਬਾਬਤ ਬੀਤੇ ਕੱਲ ਵੀ ਬੜੀ ਡਿਟੇਲਡ ਬਾਤ ਪਾਈ ਸੀ। ਵੈਸੇ ਇਸ ਤਰ੍ਹਾਂ ਆ ਕਿ ਮਨੁੱਖੀ ਮਨ ਦੇ ਵਿੱਚ ਤਰਸ ਦਾ ਕੜਸੀ ਜਿਹੜੀ ਹੁੰਦੀ ਹੈ, ਉਹਦਾ ਹੋਣਾ ਬੜਾ ਜ਼ਰੂਰੀ ਹੈ। ਕਿਉਂਕਿ ਮਦਰ ਨੇਚਰ ਜੋ ਕੁਝ ਵੀ ਕਰਦੀ ਹੈ, ਤਰਸ ਕਰਕੇ ਕਰਦੀ ਹੈ, ਦਇਆ ਕਰਕੇ ਕਰਦੀ ਹੈ। ਅਸੀਂ ਕਿਸੇ ਵੀ ਚੀਜ਼ ਨੂੰ ਓਨ ਨਹੀਂ ਕਰਦੇ। ਆਪ ਇਸ ਤਰ੍ਹਾਂ ਜਾਣੋ, ਮਿੱਟੀ ਹੈ, ਮਿੱਟੀ ਦੇ ਤੁਸੀਂ ਬੀਜ ਪਾਉਂਦੇ ਹੋ, ਮਿੱਟੀ ਤਰਸ ਹੀ ਕਰਦੀ, ਉਸ ਬੀਜ ਨੂੰ ਉਗਾ ਦਿੰਦੀ ਹੈ, ਉਸ ਨੂੰ ਫਲ ਲਾ ਦਿੰਦੀ ਹੈ, ਫੁੱਲ ਲਾ ਦਿੰਦੀ ਹੈ, ਵੱਡਿਆਂ ਕਰ ਦਿੰਦੀ, ਤਰਸ ਹੈ ਉਹਦਾ ਸਾਰਾ। ਅਸੀਂ ਜੇ ਮਿੱਟੀ 'ਤੇ ਅਸੀਂ ਇਤਰਾਜ਼ ਕਰੀਏ, ਅਸੀਂ ਕਿਸੇ ਕਿਸਮ ਦੇ ਨਾਲ ਉਹਦੇ ਨਾਲ ਲੜਾਈ ਕਰੀਏ, ਕੈਨ ਯੂ ਗੈਟ ਐਨੀਥਿੰਗ? ਨੋ। ਇੱਥੇ ਹੈ ਇਹ ਸਾਰੀ ਮਦਰ ਨੇਚਰ, ਤੇ ਮਦਰ ਨੇਚਰ ਦੇ ਪਿੱਛੇ ਜਿਹੜਾ ਵਿਧਾਤਾ ਆ ਉਹ ਵੀ ਤਰਸ ਹੀ ਕਰ ਰਿਹਾ। ਬਸ ਬਾਬਾ ਜੀ ਇਹ ਬਿਆਨ ਕਰਦੇ ਕਿ ਤੂੰ ਇੰਨਾ ਤਰਸ ਕਰ ਰਿਹਾ, ਇੰਨਾ ਬੇਅੰਤ ਹੈ, ਤੂੰ ਇੰਨਾ ਕੁਝ ਸਾਨੂੰ ਦੇ ਰਿਹਾ, ਨਵਾਜ ਰਿਹਾ ਮਾਲਕ। ਆਈ ਐਮ ਆਸਕਿੰਗ ਲਿਟਲ ਐਕਸਟਰਾ। And what is that little extra? That little extra is, give me some civic virtues, human virtues. Give me some human wisdom. ਆਹ ਬਾਤ ਹੈ ਇਹਦੀ ਡੀਪ ਲੈਵਲ ਤੇ। ਕਿਉਂਕਿ ਬੰਦੇ ਦੀ ਸਭ ਤੋਂ ਵੱਡੀ ਲੋੜ ਮਤ ਹੈ, ਸੋਝੀ ਹੈ, ਅਕਲ ਹੈ, ਸਮਝ ਹੈ। ਜੇ ਪੈਰ ਪੈਰ ਤੇ ਭੁੱਲਾਂ ਹੋ ਰਹੀਆਂ, ਇੱਥੇ ਪਤਾ ਲੱਗਦਾ ਹੈ ਅਸੀਂ ਕਿਸੇ ਚੀਜ਼ ਦੇ ਵਿੱਚ ਡੈਫੀਨੇਟਲੀ ਲੈਕਿੰਗ ਕਰ ਰਹੇ ਹਾਂ। ਉਹ ਕੀ ਹੈ? ਅਸੀਂ ਵਿਜ਼ਨਰੀ ਨਹੀਂ ਹੈਗੇ, ਸਾਨੂੰ ਅਕਲ ਨਹੀਂ ਹੈ, ਸਾਨੂੰ ਸੋਝੀ ਨਹੀਂ ਹੈ। ਜੇ ਕਿਤੇ ਥੋੜ੍ਹਾ ਬਹੁਤਾ ਕੁਝ ਸਾਨੂੰ ਦਿਸਦਾ ਵੀ ਹੈ, ਸਾਡੇ ਕੋਲ ਇੰਨੀ ਕਰੇਜ ਨਹੀਂ ਅਸੀਂ ਡਿਸੀਜ਼ਨ ਲੈ ਸਕੀਏ। ਜੇ ਕਿਤੇ ਅਸੀਂ ਕਿਸੇ ਚੀਜ਼ ਦੇ ਬਾਬਤ ਕੁਝ ਫੀਲ ਵੀ ਕਰਦੇ ਆ, ਸਾਡੇ ਕੋਲ ਇੰਨਾ ਫੋਕਸ ਨਹੀਂ, ਇੰਨੀ ਕੰਸਨਟ੍ਰੇਸ਼ਨ ਨਹੀਂ, ਅਸੀਂ ਉਸ ਚੀਜ਼ ਨੂੰ ਗ੍ਰੈਬ ਕਰਕੇ ਐਕਸਰਸਾਈਜ਼ ਕਰ ਸਕੀਏ। ਇਹ ਸਾਡੀ ਬੇਸਿਕ ਵੀਕਨੈਸ ਆ। ਤੇ ਇਹ ਜੇ ਤਾਂ ਦੇਖੋ ਕਿਸੇ ਕਿਤਾਬ ਨੂੰ ਪੜ੍ਹ ਕੇ, ਕਿਸੇ ਬਾਹਰੂਨੀ ਤੌਰ ਤੇ ਸਕੂਲ ਅਟੈਂਡ ਕਰਕੇ, ਜਾਂ ਜਿਹਨੂੰ ਅਸੀਂ ਟ੍ਰੇਨਿੰਗ ਕਹਿੰਦੇ ਹਾਂ, ਇਕੱਲੀ ਟ੍ਰੇਨਿੰਗ ਬੰਦੇ ਨੂੰ ਪਰਫੈਕਟ ਕਰ ਸਕਦੀ, ਫਿਰ ਤੇ ਹੋ ਜਾਣਾ ਸੀ। ਫਿਰ ਤੇ ਜਿੰਨੇ ਅਮੀਰ ਲੋਕ ਨੇ, ਜਿੰਨੇ ਉਹਨਾਂ ਕੋਲ ਰਿਸੋਰਸਿਸ ਨੇ, ਦੇ ਕੈਨ ਅਟੈਂਡ ਐਨੀ ਟ੍ਰੇਨਿੰਗ ਸਕੂਲਸ। ਜੇ ਕਿਤੇ ਕਿਸੇ ਦਵਾਈ, ਕਿਸੇ ਖਾਸ ਇੰਜੈਕਸ਼ਨ, ਕਿਸੇ ਖਾਸ ਪਿਲ ਦੇ ਇਨਟੇਕ ਕਰਨ ਦੇ ਨਾਲ ਕੁਛ ਚੀਜ਼ ਹੋ ਸਕਦੀ, ਉਹਦੇ ਵਾਸਤੇ ਵੀ ਫਾਰਮਾਕੋਲੋਜੀਕਲ ਸਾਈਡ ਤੋਂ ਕੁਛ ਨਾ ਕੁਛ ਆ ਜਾਣਾ ਸੀਗਾ। ਇੱਥੇ ਕੁਛ ਵੀ ਕੰਮ ਨਹੀਂ ਕਰਦਾ। ਇਹ ਉਹਦੀ ਨਵਾਜ਼ਿਸ਼ ਹੀ ਹੈ। In a way, when we come in Gurdwara Sahib, and it's our duty, and this is our main task when we come here, that is, we directly come in front of Guru Granth Sahib Maharaj and bow our head in front of Guru Granth Sahib Padshah. Sometimes people can say, Bhai Sahib, it's a ritual. No, it's not ritual. It's a very meaningful thing. The signification of this act is that once we put our head here, that means that forehead, in behind this forehead, we have our brain, we have our, you can say, ability of decision making. Oh, Vaheguru Ji, we're lacking something here. So please bless us. ਇਹ ਰੂਪ ਹੈ, ਇਹਦੀ ਮੰਗ ਆ ਰਹੀ ਹੈ ਇੱਥੇ। ਇਹ ਹੈ ਸ਼ਰਨ ਆਉਣਾ, ਇਹ ਹੈ ਉਹਦੇ ਕੋਲ ਆ ਕੇ ਆਪਣੇ ਆਪ ਨੂੰ ਜਿਹੜਾ ਹੈਗਾ ਉਸ ਤਰੀਕੇ ਨਾਲ ਉਹਦਾ ਰਿਫਿਊਜ਼ ਮੰਗਣਾ, ਉਹਦੇ ਕੋਲੋਂ ਜਿਹੜਾ ਡੈਡੀਕੇਟ ਹੋ ਜਾਣਾ ਉਸ ਰੂਪ ਦੇ ਵਿੱਚ। ਮਹਾਰਾਜ
is putting the same sort of exercise activity in this Shabad's lines, in this Shabad words. Baba Ji saying, Rakho apni sharan prabh mohe kripa tare, seva kachu na janhu, नीच मूर्खारे, नीच नीवा सोचण वाला, ਜਿਹੜਾ ਉੱਚਾ ਨਾ ਸੋਚ ਸਕੇ। ਮਨ ਮੰਡਲ ਦੇ ਵਿੱਚ ਉੱਚਾ ਸੋਚਣਾ, ਜੇ ਮਨ ਮੰਡਲ ਉੱਚਾ ਸੋਚਣ ਲੱਗ ਜੇ, ਬੰਦਾ ਦੇਵਤਾ ਬਣ ਜਾਏ। ਬੰਦੇ ਦੇ ਅੰਦਰ ਜਿਹੜੀ ਡਿਵਾਈਨ ਐਕਸਰਸਾਈਜ਼ ਸ਼ੁਰੂ ਹੋ ਜਾਏ। ਪਰ ਹਕੀਕਤ ਇਹ ਹੈ ਕਿ ਮੈਂ ਤੇ ਮਤਲਬ ਡੇ ਬਾਈ ਡੇ ਜਦੋਂ ਕਾਉਂਸਲਿੰਗ ਵਿੱਚ ਜਾਣਾ, ਸਭ ਚੀਜ਼ਾਂ ਨੂੰ ਦੇਖਦਾ ਹਾਂ, ਤੇ ਲੋਕੀ ਕਨਫੈਸ਼ਨ ਕਰਦੇ, ਚੀਜ਼ਾਂ ਲਿਟਰਰੀ ਤੌਰ ਤੇ ਬਿਆਨ ਕਰਦੇ ਕਿ ਮਨ ਵਿੱਚ ਉਹ ਕੁਛ ਚੱਲਦਾ ਆ ਜਿਹੜਾ ਅਸੀਂ ਕਿਸੇ ਦੇ ਸਾਹਮਣੇ ਕਹਿ ਵੀ ਨਹੀਂ ਸਕਦੇ। ਮਤਲਬ ਇਤਨੀ ਬੁਰਿਆਈ, ਇਤਨਾ ਕੁਛ, ਇਤਨੀ ਬਦੀ, ਇਤਨਾ ਕੂੜ, ਸਭ ਨੀਚ। ਮਤਲਬ ਜੇ ਕਿਸੇ ਨੂੰ ਕਹਾਂਗੇ ਵੀ ਤੇ ਅਸੀਂ ਕਹਿਣ ਦੇ ਸਮੇਂ ਦੇ ਵਿੱਚ ਹੀ ਆਪਣੇ ਆਪ ਨੂੰ ਨੀਵਾਂ ਦੇਖਣਾ ਸ਼ੁਰੂ ਕਰ ਲਾਂਗੇ, ਓਹੋ ਕਿੱਡਾ ਲੋਅਰ ਲੈਵਲ ਤੇ ਆ ਗਿਆ। ਇਹ ਰਿਐਲਿਟੀ ਹੈ ਮਨ ਦੀ ਦੁਨੀਆ ਦੀ। ਤੇ ਇੱਥੇ ਬਚਨ ਜਿਹੜਾ ਆਇਆ ਨੀਚ, ਤੇ ਫਿਰ ਮੂਰਖਾਰੇ, ਮੂਰਖ ਤੇ ਹੈ ਹੀ ਹੈ। ਮੂਰਖਾਰੇ ਦਾ ਮਤਲਬ ਇਹ ਹੈ ਕਿ ਜਿਸ ਨੂੰ ਇਹ ਨਹੀਂ ਪਤਾ ਵੀ ਸੋਚ ਕੀ ਰਿਹਾ ਤੂੰ, ਆਖਰਕਾਰ ਇਹਦੇ ਚੋਂ ਗਰਕ ਹੋਣ ਤੋਂ ਬਿਨਾਂ ਹੋਰ ਹੋਏਗਾ ਵੀ ਕੀ। ਇਸ ਤਰ੍ਹਾਂ ਜਾਣੋ, ਸੌਰੀ ਮੈਂ ਇੱਕ ਐਗਜ਼ਾਮਪਲ ਪਾ ਦੇਣਾ ਇੱਥੇ, ਕਿਉਂਕਿ ਅਸੀਂ ਕਈ ਵਾਰੀ ਧਿਆਨ ਨਹੀਂ ਦਿੰਦੇ। ਇਹੀ ਅੱਜ ਤੁਸੀਂ CBT ਨੂੰ ਲੈ ਲਵੋ, ਤੁਸੀਂ ਬਿਹੇਵੀਅਰ BT ਨੂੰ ਲੈ ਲਓ, ਤੁਸੀਂ ਐਨੀ ਸੋਰਟ ਆਫ ਥੈਰੇਪੀ ਨੂੰ ਲੈ ਲਓ, ਤੁਸੀਂ ਉਹ ਸਾਰੀਆਂ ਥੈਰੇਪੀਜ਼ ਮੋਸਟਲੀ ਇੱਕੋ ਚੀਜ਼ 'ਤੇ ਫੋਕਸ ਕਰ ਰਹੀਆਂ ਨੇ, ਬੰਦੇ ਦਾ ਸੋਚਣਾ ਬਦਲੋ, ਸੋਚਣਾ ਬਦਲੋ। ਜੇ ਸੋਚਣਾ ਨਹੀਂ ਬਦਲੋਗੇ, ਬੰਦੇ 'ਚ ਕੋਈ ਤਬਦੀਲੀ ਨਹੀਂ ਆਏਗੀ, ਕੋਈ ਜਿਹੜਾ ਹੈ ਬਦਲਾਅ ਨਹੀਂ ਆਏਗਾ। ਇੱਕ ਕਾਫੀ ਸਾਲ ਪਹਿਲਾਂ ਦੀ ਗੱਲ ਹੈ, ਮੇਰੇ ਇੱਕ ਨੋਟਿਸ 'ਚ ਕੇਸ ਆਇਆ ਸੀ। ਤੇ ਕੇਸ 'ਚ ਹੋਇਆ ਇਹ ਕਿ, ਸੌਰੀ ਆਮ ਸੇਇੰਗ ਹੇਅਰ, ਤੇ ਬੱਚੇ ਨੇ ਸੁਸਾਈਡ ਕੀਤਾ ਸੀ। ਮਾਫੀ ਚਾਹਾਂਗਾ ਜੇ ਕਿਸੇ ਨੂੰ ਇਨਫੋਰਮੇਸ਼ਨ ਡਿਸਟਰਬ ਕਰੇ, ਤੇ ਬਾਈ ਚਾਂਸ ਮੇਰੇ ਮੂੰਹ 'ਚ ਗੱਲ ਆਈ ਹੈ, ਮੈਂ ਇੱਥੇ ਕਹਿ ਰਿਹਾ। ਉਹ 'ਚ ਹੋਇਆ ਇਹ ਕਿ ਪਹਿਲਾਂ ਤਾਂ ਪਤਾ ਨਾ ਲੱਗਾ, ਉਹ ਯੂਨੀਵਰਸਿਟੀ ਪੜ੍ਹਦਾ ਸੀਗਾ, ਵੀ ਵਾਕਿਆ 'ਚ ਹੀ ਕੀ ਹੋਇਆ ਕੀ ਨਹੀਂ। ਉਹਨਾਂ ਨੇ, ਪੁਲਿਸ ਫੋਰਸ ਨੇ ਪਹਿਲਾਂ ਉਹਨੂੰ ਐਜ਼ ਏ ਮਰਡਰ ਦੇ ਤੌਰ 'ਤੇ ਇਨਵੈਸਟੀਗੇਟ ਕਰਨਾ ਸ਼ੁਰੂ ਕੀਤਾ। ਵੀ ਲੈਟਸ ਇਨਵੈਸਟੀਗੇਟ ਪ੍ਰੋਪਰਲੀ। ਕਿਸੇ ਨੇ ਕੁਛ ਕਰ ਹੀ ਨਾ ਦਿੱਤਾ ਹੋਇਆ ਬੱਚੇ ਨੂੰ। ਅਖੀਰ ਕਰਦਿਆਂ ਉਹਨਾਂ ਨੇ ਕੁਛ ਚੀਜ਼ਾਂ ਫਾਈਂਡ ਆਊਟ ਕੀਤੀਆਂ, ਤੇ ਫਿਰ ਉਹਦਾ ਇੱਕ ਆਪਣਾ ਆਪਣੇ ਹੱਥ ਨਾਲ ਲਿਖਿਆ ਹੋਇਆ ਇੱਕ ਲੈਟਰ ਮਿਲ ਗਿਆ। ਜਦੋਂ ਲੈਟਰ ਦੇਖਿਆ, ਤਾਂ ਫਿਰ ਉਹਦੀ ਪੂਰੀ ਡਾਇਰੀ ਉਹਨਾਂ ਨੇ ਉਸ ਲੈਟਰ ਦੇ ਨਾਲ ਰਿਲੇਟ ਕਰਕੇ ਲੱਭੀ, ਤੇ ਉਹ ਵੀ ਲੱਭ ਗਈ ਸਾਰੀ। ਉਹ ਸਮਹਾਓ ਉਹ ਆਪਣੇ ਰੋਜ਼ ਜੋ ਉਹਦੇ ਮਨ ਵਿੱਚ ਚੱਲਦਾ ਸੀ, ਉਹਨੂੰ ਵਰਡਸ ਵਿੱਚ ਡਾਇਰੀ 'ਚ ਪਾ ਰਿਹਾ ਸੀ। ਜਦੋਂ ਡਾਇਰੀ ਪੜ੍ਹੀ, ਮੁੜ ਕੇ ਮੈਂ ਖੁਦ ਉਹ ਕੁਛ ਹਿੱਸਾ ਉਹਦਾ ਪੜ੍ਹਿਆ ਉਸ ਰੂਪ ਦੇ ਵਿੱਚ। ਬੜਾ ਸ਼ੌਕਿੰਗ ਵੀ ਸੀਗਾ, ਬੜਾ ਮਤਲਬ ਸਿਲੀ ਵੀ ਸੀਗਾ, ਸਟੂਪਿਡ ਐਕਟ ਵੀ ਕਹਿ ਲਓ, ਹਰ ਸਭ ਕੁਛ ਸੀਗਾ ਵਿੱਚ। ਇਹੀ ਨੀਚ ਮੁਰਖਾਰੇ ਦੀ ਬਾਤ ਹੈ। ਖੈਰ, ਉਹ ਬਾਤ ਜਿਹੜੀ ਹੋਈ ਕਿ ਉਹ ਇਹੋ ਜਿਹੀਆਂ ਚੀਜ਼ਾਂ ਲਿਖਦਾ ਵੀ ਜਿਵੇਂ ਮੈਂ ਬਲੂਨ ਜਿਹੜੇ ਹੈਗੇ ਨੇ ਨਾ, ਇਹਨਾਂ ਨੂੰ ਮੈਂ ਹਵਾ 'ਚ ਉੱਡਦਾ ਦੇਖਦਾ, ਤੇ ਮੈਂ ਦੇਖਦਾ ਕਿ ਜੇ ਬੰਦੇ ਨੂੰ ਵੀ ਇੰਨੀ ਇਸ ਕਿਸਮ ਦੀ ਜਿਹੜੀ ਹੈਗੀ ਏ ਖਾਸ ਕਿਸਮ ਦੀ ਗੈਸ ਭਰ ਦਿੱਤੀ ਜਾਏ, ਤੇ ਬੰਦਾ ਵੀ ਉੱਡ ਸਕਦਾ ਐਵੇਂ। ਤੇ ਮੈਂ ਸੋਚਦਾ ਵੀ ਬੰਦੇ ਨੇ ਉੱਡਣਾ ਚਾਹੀਦਾ ਹੈਗਾ, ਜਾਂ ਕੁਛ ਹੋਰ ਐਸੀ ਚੀਜ਼ਾਂ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਸਿਲੀ ਸੀਗੀਆਂ। ਐਂਡ ਫਾਈਨਲੀ ਉਹ ਸੋਚਦਾ ਕਿ ਐਕਚੁਅਲੀ ਸਾਨੂੰ ਇਹ ਦੇਖਣਾ ਚਾਹੀਦਾ ਕਿ ਨਾ ਅਸੀਂ ਕਿਤੋਂ ਵੀ ਲਾਈਫ ਸਟਾਰਟ ਕਰਦੀ, ਕਿਤੋਂ ਵੀ ਆਫ ਕਰਦੀ। ਜਿਵੇਂ ਵੀਡੀਓ ਗੇਮਸ ਦੇ ਵਿੱਚ ਇੱਕ ਕਰੈਕਟਰ ਆ, ਉਹ ਕਿਤੇ ਵੀ ਜਾ ਕੇ ਜਿਵੇਂ ਵੀਡੀਓ ਗੇਮ ਚੱਲ ਰਹੀ ਮਰ ਜਾਂਦਾ ਸੀ, ਰੀਸਟਾਰਟ ਕਰ ਲੈਂਦਾ ਦੁਬਾਰਾ। ਲਾਈਫ ਸ਼ੁੱਡ ਬੀ ਲਾਈਕ ਦੈਟ। ਇਹ ਸਾਰਾ ਕੁਝ ਕਰਦਿਆਂ ਆਪਣੀ ਜ਼ਿੰਦਗੀ ਨਾਲ ਪਲੇ ਕਰ ਗਿਆ। ਹੋ ਸਕਦਾ ਇਹ ਮਨ 'ਚ ਹੋਏ, ਆਈ ਵਿਲ ਰੀਸਟਾਰਟ ਇਟ ਫਰੋਮ ਦਿਸ ਪੁਆਇੰਟ, ਇਸ ਤਰੀਕੇ ਨਾਲ।
ਜਦੋਂ ਸਾਰੀ ਡੀਪ ਲੈਵਲ ਤੇ ਡਿਸਕਸ਼ਨ ਹੋਈ ਮੇਰੀ, ਮੁੜ ਕੇ ਸਾਡੇ ਆਪਣੇ ਜਿਹੜੇ ਸਾਈਕੋ ਐਨਾਲਿਸਿਸ ਸੁਪਰਵਾਈਜ਼ਰ ਹੁੰਦੇ ਨੇ ਉਹਨਾਂ ਨਾਲ ਡਿਸਕਸ਼ਨ ਹੋਈ, ਤੇ ਉਹ ਕਹਿੰਦੇ ਇਹ ਸਾਰੇ ਦਾ ਜਿਹੜਾ ਦਿਸ ਰਿਹਾ ਹੈ ਨੀਵਾਂ ਸੋਚਣਾ ਤੇ ਮੂਰਖਤਾ ਨਾਲ ਸੋਚਣਾ ਹੈ, ਤੇ ਇਹ ਮੂਰਖਤਾ ਮਨ ਮੰਡਲ ਵਿੱਚੋਂ ਅਕਸਰ ਰਿਫਲੈਕਟ ਕਰਦੀ ਹੈ ਜੇ ਅਸੀਂ ਸਮੇਂ ਨਾਲ ਇਹਨੂੰ ਕਾਊਂਟਰ ਨਹੀਂ ਕਰਾਂਗੇ। ਤੇ ਇਹਨੂੰ ਕਾਊਂਟਰ ਕਰਨ ਦਾ ਤਰੀਕਾ ਕੀ, ਜਿਵੇਂ ਆਪਾਂ ਸੰਗਤ ਕਰ ਰਹੇ ਹਾਂ, ਬਾਣੀ ਪੜ੍ਹ, ਲਿਟਰਲੀ ਤੌਰ ਤੇ ਡਿਸਕਸ ਕਰ ਰਹੇ ਹਾਂ ਸਾਰਾ ਕੁਝ। ਇਹ ਕਿਸੇ ਦੀ ਸਿਚੁਏਸ਼ਨ ਕੁਛ ਹੋ ਸਕਦੀ, ਕਿਸੇ ਦੀ, ਪਰ ਇਹ ਮਨ ਦੀ ਦੁਨੀਆ ਸਾਰੀ। ਇਸ ਨੂੰ ਇੱਥੇ ਗਰੁੱਪ ਕਾਉਂਸਲਿੰਗ ਵਿੱਚ ਵੀ ਲਿਆਂਦਾ ਜਾਂਦਾ ਹੈ, ਇੱਥੇ ਇਸ ਨੂੰ ਸਪੈਸ਼ਲ ਤੌਰ ਤੇ ਕਾਉਂਸਲਰਸ ਨੂੰ ਦੇਖਣ ਵਾਸਤੇ ਵੀ ਕਿਹਾ ਜਾਂਦਾ। ਅਸੀਂ ਤੇ ਇਸ ਕੋਲੋਂ ਲੱਕੀ ਹਾਂ ਕਿ ਸੰਗਤ ਦਾ ਹੀ ਐਸਾ ਰੂਪ ਬਣਾਤਾ ਗੁਰੂ ਸਾਹਿਬ, ਬਾਣੀ ਐਸੀ ਦੇਤੀ, ਬੰਦਾ ਆਪਣੇ ਅੰਦਰ ਦੀ ਦੁਨੀਆ ਬਾਬਤ ਅਵੇਅਰ ਹੋਏ ਕੀ ਚੱਲਦਾ ਆ। ਤੇ ਜੇ ਬਹੁਤ ਜ਼ਿਆਦਾ ਬੰਦੇ ਨੂੰ ਅੰਦਰ ਤੰਗ ਵੀ ਕਰੇ ਇਹੋ ਜਿਹੀਆਂ ਚੀਜ਼ਾਂ, ਤੇ ਬਾਬਾ ਜੀ ਨੇ ਇੱਥੇ ਬਚਨ ਕਿਹਾ, ਹਮ ਅਪਰਾਧੀ ਸਦ ਭੂਲਦੇ ਸੀ ਤੇ ਅਪਰਾਧੀ ਹਾਂ, ਪਰ ਮਾਲਕ ਸੇਵਾ ਕਛੂ ਨਾ ਜਾਣੋ ਨੀਚ ਮੂਰਖ ਹਾਰੇ। ਮੈਂ ਨੀਚ ਵੀ ਹਾਂ ਤੇ ਮੂਰਖ ਹਾਂ, ਤੇ ਇਹ ਵੀ ਨਹੀਂ ਪਤਾ ਕਿਸ ਸੇਵਾ ਚਲਾਵਾਂ ਆਪਣੇ ਆਪ ਨੂੰ। ਸੇਵਾ ਲੱਗਣ ਦਾ ਮਤਲਬ ਇਹ ਹੁੰਦਾ ਜਿਹੜੀ ਇਹ ਐਨਰਜੀ ਹੈ ਇਹਨੂੰ ਕਿੱਥੇ ਕੰਟਰੀਬਿਊਟ ਕਰਾਂ। ਅਸੀਂ ਕੁਛ ਨਾ ਕੁਛ ਤੇ ਸਰਵ ਕਰਾਂਗੇ ਨਾ ਧਰਤੀ ਤੇ। ਸੇਵਾ ਕਰਨ ਦਾ ਮਤਲਬ ਸਰਵ ਕਰਨਾ। ਹਾਂ, ਸਿੱਖੀ 'ਚ ਇਹ ਜ਼ਰੂਰੀ ਹੈ ਕਿ ਸੇਵਾ ਦਾ ਜਿਹੜਾ ਸਭ ਤੋਂ ਹਾਈਐਸਟ ਪੁਆਇੰਟ ਹੈਗਾ, when we can see some sort of threshold when someone can touch by this act, that is selfless seva, selfless serving. ਆਪਣੇ ਆਪ ਨਿਸ਼ਕਾਮ ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹੋਤ ਪ੍ਰਾਪਤ ਸੁਆਮੀ, ਉਹ ਵਾਲਾ ਪੱਖ ਜਿਹੜਾ ਹੈ। ਪਰ ਹੈ ਸਭ ਕੁਛ ਸਰਵ ਹੀ ਕਰ ਰਹੇ ਹਾਂ, ਅਸੀਂ ਸਰਵ ਹੀ ਕਰਦੇ ਹਾਂ ਸਭ। ਪਰ ਸਾਹਿਬ ਕਹਿੰਦੇ ਇੱਥੇ ਤਾਂ ਮੈਨੂੰ ਤਾਂ ਪਤਾ ਨਹੀਂ ਸਰਵ ਕੀ ਕਰਨਾ ਹੈ, ਸੇਵਾ ਕੀ ਕਰਨੀ ਹੈ, ਕੰਟਰੀਬਿਊਟ ਕੀ ਕਰਨਾ ਹੈ ਧਰਤੀ ਦੇ ਉੱਤੇ। ਮੇਰਾ ਕੰਟਰੀਬਿਊਸ਼ਨ ਜਿਹੜਾ ਆ ਉਹ ਕੰਸਟਰਕਟਿਵ ਹੋਵੇ, ਡਿਸਟਰਕਟਿਵ ਨਾ ਹੋਵੇ। ਮੇਰਾ ਕੰਟਰੀਬਿਊਸ਼ਨ ਜਿਹੜਾ ਆ ਉਹ ਕ੍ਰੀਏਟਿਵ ਹੋਵੇ, ਪੋਜ਼ਿਟਿਵ ਹੋਵੇ, ਨੈਗੇਟਿਵ ਨਾ ਹੋਵੇ। ਇਸ ਕਿਸਮ ਦੀ ਮੰਗ ਕੀਤੀ ਜਾ ਰਹੀ ਹੈ। ਤੇ ਇਹ ਫਿਰ ਮੈਂ ਬੇਨਤੀ ਕਰਾਂ, ਸਾਰੀ ਸੋਚ ਦੀ ਮੰਗ ਹੈ, ਇਹ ਵਿਚਾਰਾਂ ਦੀ ਮੰਗ ਹੈ। ਇਹ ਮੱਥੇ ਨੂੰ ਅੱਗੇ ਰੱਖ ਕੇ ਆਪਾਂ ਭਾਈ ਵੀਰ ਸਿੰਘ ਜੀ ਤੇ ਇੱਕ ਵਾਰੀ ਪੂਰੀ ਨਜ਼ਮ ਵਿਚਾਰੀ ਸੀ, ਮੈਨੂੰ ਯਾਦ ਪੈਂਦਾ ਆ, ਤੇ ਉਹ ਜ਼ਿਕਰ ਕਰਦੇ ਕਿ ਬੰਦੇ ਦਾ ਜਿਹੜਾ ਸਿਰ ਆ ਨਾ ਇਹ ਕਚਕੋਲ ਬਣ ਗਿਆ। ਕਚਕੋਲ ਮੀਨ ਕਿ ਇਹਦਾ ਆਪਣਾ ਕੋਈ ਗ੍ਰਿਪ ਹੈ ਨਹੀਂਗਾ। ਇੱਧਰੋਂ ਉੱਧਰੋਂ ਜੋ ਕੁਝ ਮਿਲਿਆ ਉਹ ਇਸ ਸਿਰ 'ਚ ਇਕੱਠਾ ਕਰਕੇ ਤੇ ਬੰਦਾ ਆਪਣੇ ਕਦਮਾਂ ਦੀ ਹਰਕਤ 'ਚ ਆ ਗਿਆ, ਕਿਸੇ ਡਾਇਰੈਕਸ਼ਨ ਨੂੰ ਤੁਰ ਪਿਆ। ਇਹ ਹੈ ਉਹ ਕਹਿੰਦੇ ਜਦੋਂ ਇਸ ਲੈਵਲ ਤੇ ਬੰਦਾ ਚਲਾ ਗਿਆ ਤੇ ਫਿਰ ਡੈਫੀਨੇਟਲੀ ਉਹ ਕਚਕੋਲ ਵਿੱਚੋਂ ਕੀ ਨਿਕਲੇਗਾ। ਉਹਨਾਂ ਦਾ ਬਚਨ ਇਹ ਹੈ ਕਿ ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆਂ ਦੁਆਰੇ ਫਿਰਿਆ। ਤੇ ਜਦੋਂ ਭਾਈ ਸਾਹਿਬ ਇਹ ਕਵਿਤਾ ਲਿਖ ਰਹੇ ਹੋਣਗੇ ਉਦੋਂ ਸੋਸ਼ਲ ਮੀਡੀਆ ਨਹੀਂ ਸੀਗਾ, ਉਦੋਂ ਇਤਨੀ ਜ਼ਿਆਦਾ ਇਨਫੋਰਮੇਸ਼ਨ ਦੀ ਅਵੇਲੇਬਿਲਿਟੀ ਨਹੀਂ ਸੀਗੀ, ਇਤਨੀ ਜ਼ਿਆਦਾ ਕਨਫਿਊਜ਼ਨ ਨਹੀਂ ਸੀਗੀ, ਇਤਨੀ ਜ਼ਿਆਦਾ ਡਿਸਟਰੈਕਸ਼ਨ ਨਹੀਂ ਸੀਗੀ। ਅਸੀਂ ਤਾਂ ਬਚਨ ਪੜ੍ਹਦੇ ਹਾਂ, ਬੇਦ ਕਤੇਬ ਇਫਤਰਾ ਪਾਈ ਦਿਲ ਕਾ ਫਿਕਰ ਨਾ ਜਾਏ। ਕੁਝ ਧਰਮ ਗ੍ਰੰਥ ਕੁਝ ਆਲਮੀ ਕਿਸਮ ਦੀ ਰਚਨਾ ਪੜ੍ਹੇ ਤੇ ਬੰਦੇ ਦੇ ਮਨ ਦੇ ਫਿਕਰ ਲੈ ਜਾਣ। ਜਿਹੜੇ ਕੁਝ ਰਚਨਾਵਾਂ ਗਿਆਨ ਦੇ ਪਰਿਪੇਖ ਦੇ ਵਿੱਚ, ਧਰਮ ਦੇ ਪਰਿਪੇਖ ਦੇ ਵਿੱਚ ਕਹਿ ਲਓ ਕਿ ਜਿਨ੍ਹਾਂ ਨੂੰ ਬੰਦਾ ਬੜੇ ਮਾਨ ਸਨਮਾਨਿਤ ਰੂਪੇ ਦੇਖੇ ਵੀ ਹਾਂ ਇਹਨਾਂ ਨੂੰ ਪੜ੍ਹ ਕੇ ਕੁਝ ਪ੍ਰਾਪਤ ਹੋਏਗਾ, ਤੇ ਉਹ ਬੰਦੇ ਨੂੰ ਹੋਰ ਕਨਫਿਊਜ਼ ਕਰ ਦੇਣ। ਬੰਦਾ ਕਿੱਧਰ ਜਾਏਗਾ, ਉਹਦੇ ਲਈ ਤਾਂ ਕੋਈ ਸੋਰਸ ਨਹੀਂ ਬਚੇਗਾ। ਤੇ ਅੱਜ ਦੀ ਦੁਨੀਆ ਦੇ ਵਿੱਚ ਤੇ ਜੋ ਅਸੀਂ ਦੇਖ ਰਹੇ ਹੈਗੇ ਆ, ਕਿਤਨੀ ਇਨਫੋਰਮੇਸ਼ਨ ਲਗਾਤਾਰ ਬੰਬਾਰਮੈਂਟ ਹੋ ਰਹੀ ਹੈ, ਬੰਦੇ ਨੂੰ ਤਾਂ ਖੁਦ ਕਨਫਿਊਜ਼ਨ ਨਹੀਂ ਹੋਊਗੀ ਵੀ ਹਾਲਤ ਕੀ ਬਣੀ ਪਈ। ਮਤਲਬ ਸੌਰੀ ਟੂ ਸੇ, ਅੱਜ ਕੱਲ੍ਹ ਤੇ ਫੇਸਬੁੱਕ ਯੂਨੀਵਰਸਿਟੀ, ਵਟਸਐਪ ਯੂਨੀਵਰਸਿਟੀ, ਇੰਸਟਾ ਯੂਨੀਵਰਸਿਟੀ, ਆਮ ਸੋ ਸੌਰੀ ਮੈਂ ਤੇ ਅਨਪੜ੍ਹ ਹਾਂ ਇਹਨਾਂ ਸਾਰਿਆਂ ਦੇ ਵਿੱਚ, ਮੇਰੇ ਆਈ ਹੈਵ ਨੋ ਐਕਚੁਅਲੀ ਆਈਡੀਆ ਅਬਾਊਟ ਆਲ ਥੀਸ ਥਿੰਗਸ, ਬਟ I'm reading these things from actually different you can say blogs and different kind of behaviorist scientists ਜਿਹੜੇ ਹੈਗੇ ਨੇ ਉਹਨਾਂ ਦੇ ਓਪੀਨੀਅਨ ਦੇ ਵਿੱਚ ਵੀ ਇਹ ਵੱਡੇ ਲੈਵਲ ਤੇ ਚੀਜ਼ਾਂ ਜਿਹੜੀਆਂ ਨੇ ਕੁੱਕ ਹੋ ਰਹੀਆਂ ਨੇ, ਇੱਥੇ ਬਣ ਰਹੀਆਂ ਨੇ। ਤੇ ਲੋਕੀ ਉਹ ਸਾਰੇ ਨੂੰ ਲੈ ਕੇ ਬਸ ਆਪੋ ਆਪਣਾ ਜਿਹੜਾ ਹੈਗਾ ਮਨ ਮੰਡਲ ਬਣਾ ਰਹੇ ਨੇ। ਉਹ ਕਹਿੰਦੇ ਕਿ ਸਿਰ ਕਚਕੋਲ ਬਣਾ ਹੱਥ ਲਿੱਤਾ ਪੜਿਆਂ ਦੁਆਰੇ ਫਿਰਿਆ, ਦਰ ਦਰ ਦੇ ਟੁਕ ਮੰਗ ਪਾਏ ਤੁਨ ਕੇ ਸੀ ਭਰਿਆ। ਸਿਰ ਦੀ ਗੱਲ ਹੋ ਰਹੀ ਹੈ। ਇਸ ਨੂੰ ਤੁਨ ਕੇ ਭਰ ਲਿਆ, ਜੋ ਇਧਰੋਂ ਉਧਰੋਂ ਕੂੜ ਕਬਾੜ ਆਇਆ ਸਾਰਾ ਸਿਰ ਚ ਪਾ ਲਿਆ,
ਤੇ ਉਹ ਸਿਰ ਲੈ ਕੇ ਬੰਦਾ ਤੁਰਿਆ ਫਿਰਦਾ ਹੈ, ਤੇ ਉਹ ਸਿਰ ਨਾਲ ਇਹਦੇ ਪੈਰ ਹਰਕਤ 'ਚ ਆਉਂਦੇ ਨੇ, ਇਹਦੇ ਅਮਲ ਆਉਂਦੇ, ਇਹਦਾ ਮੂੰਹ ਬਾਣ ਬੋਲ ਚਾਲ ਹਰ ਚੀਜ਼ ਜਿਹੜੀ ਉੱਥੋਂ ਉਹੀ ਚੀਜ਼ ਡਾਇਰੈਕਟ ਕਰ ਰਿਹਾ। ਉਹ ਕਹਿੰਦੇ ਹਾਲਤ ਇਹ ਬਣ ਗਈ ਕਿ ਸਿਰ ਕਚਕੋਲ ਬਣਾ ਹੈ ਹੱਥ ਲਿੱਤਾ ਪੜਿਆ ਦੁਆਰੇ ਫਿਰਿਆ ਦਰ ਦਰ ਦੇ ਟੁਕ ਮੰਗ ਭੰਗ ਪਾਏ ਤੁਨ ਤੁਨ ਕੇ ਸੀ ਭਰਿਆ ਭਰਿਆ ਵੇਖ ਅਫਰਿਆ ਮੈਂ ਸਾ ਸੋਚਾਂ ਗਿਆਨੀ ਬਣਿਆ ਟਿਕੇ ਨਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਤੁਰਿਆ। ਮਤਲਬ ਮੈਨੂੰ ਕੌਣ ਦੱਸੇਗਾ, ਮੈਨੂੰ ਕੌਣ ਸਮਝਾ ਸਕਦਾ? ਆਈ ਨੋ ਐਵਰੀਥਿੰਗ। ਤੇ ਜੇ ਨਹੀਂ ਮੈਨੂੰ ਪਤਾ ਤੇ ਆਈ ਹੈਵ ਰਿਸੋਰਸਿਸ, ਆਈ ਹੈਵ ਸੋਰਸਿਸ ਵੇਅਰ ਟੂ ਐਕਚੁਅਲੀ ਫਾਈਂਡ ਆਊਟ, ਬਿਕੋਜ਼ ਕ੍ਰੈਡੀਬਲ ਸੋਰਸਿਸ ਤੇ ਮੇਰੇ ਕੋਲ ਹੈਗੇ ਹੀ ਨਾ, ਗੂਗਲ ਹੈਗਾ, ਸੋਸ਼ਲ ਮੀਡੀਆ ਹੈਗਾ, ਹੋਰ ਬੜਾ ਕੁਛ ਹੈਗਾ। ਡੂ ਇਟ ਐਂਡ ਫਾਈਨ। ਇੱਥੇ ਫਿਰ ਜਿਹੜੀ ਈਵਨ ਅੱਜ ਸਕੂਲਾਂ ਦੇ ਵਿੱਚ ਟੀਚਰ ਦੀ ਕ੍ਰੈਡੀਬਿਲਿਟੀ ਜਿਹੜੀ ਹੈਗੀ ਉਹ ਲੋਸਟ ਹੋ ਚੁੱਕੀ ਹੈ, ਪੇਰੈਂਟ ਦੀ ਕ੍ਰੈਡੀਬਿਲਿਟੀ ਲੋਸਟ ਹੋ ਚੁੱਕੀ ਹੈ। ਫਿਰ ਧਰਮ ਦੀ ਤੇ ਧਰਮ ਗ੍ਰੰਥਾਂ ਦੀ ਤੇ ਅਧਿਆਤਮਕ ਸਾਈਡ ਤੋਂ ਉਹਦੀ ਕ੍ਰੈਡੀਬਿਲਿਟੀ ਕਿੱਥੇ ਕਿੱਥੇ ਗ੍ਰਿਪ ਕਰੇਗੀ? ਬੰਦੇ ਦੀ ਕਨਫਿਊਜ਼ਨ ਕੋਈ ਇੱਕ ਲੈਵਲ ਦੀ ਥੋੜਾ ਹੈ, ਇਹਦੀ ਤੇ ਮਤਲਬ ਹਾਲਤ ਹੀ ਬੜੀ ਪੇਤਲੀ ਹੋ ਚੁੱਕੀ ਹੈ। ਉਹ ਕਹਿੰਦੇ ਕਿ ਟਿਕੇ ਨਾ ਪੈਰ ਜ਼ਮੀਨ ਤੇ ਮੇਰਾ ਉੱਚਾ ਹੋ ਤੁਰਿਆ, ਇੱਕ ਦਿਨ ਇਹ ਕਚਕੋਲ ਲੈ ਗਿਆ ਮੁਰਸ਼ਿਦ ਮੂਹਰੇ ਧਰਿਆ। somehow one day I realize, let's go and have an opinion from my Guru. And I put my head in front of my Guru. ਜਦੋਂ ਮੈਂ ਕਚਕੋਲ ਆਪਣੇ ਮੁਰਸ਼ਿਦ ਦੇ ਸਾਹਮਣੇ ਧਰਿਆ ਨਾ, ਉਹਦੇ ਕੋਲ ਬਾਟਾ ਰੱਖਿਆ ਪਿਆ, ਦੇਖੀ ਤੁਸੀਂ ਗੁਰੂ ਮੇਰੇ ਸਿਰ 'ਚ ਮੇਰੇ ਬਾਟੇ 'ਚ ਕੀ ਕੁਛ ਪਿਆ ਆ। ਕਹਿੰਦੇ ਇੱਕ ਦਿਨ ਇੱਕ ਕਚਕੋਲ ਲੈ ਗਿਆ ਮੁਰਸ਼ਿਦ ਮੂਹਰੇ ਧਰਿਆ, ਝੂਠ ਝੂਠ ਕੇ ਉਸ ਉਲਟਾਇਆ ਖਾਲੀ ਸਾਰਾ ਕਰਿਆ। ਉਹਨੇ ਕਿਹਾ ਕੀ ਦੁਨੀਆ ਦੀ ਝੂਠ ਚੱਕੀ ਫਿਰਦਾ, ਕੱਢ ਨੂੰ ਸਾਰੀ ਨੂੰ ਲਾ। ਇਹ ਹੈ ਕਿ ਮੈਂ ਜਿਹੜਾ ਆਪਨੇ ਬੀਤੇ ਕੱਲ ਵੀ ਸੀ ਕਿ ਮਾਨ ਕਰੋ ਤੁਧ ਉਪਰੇ, ਆਪਣਾ ਤੇ ਮਾਨ ਮਨੋਵਰ ਤੂੰ ਹੀ ਹੈ। ਇਸ ਨੂੰ ਸਾਹਿਬ ਨੇ ਇਸ ਤਰ੍ਹਾਂ ਵੀ ਕਿਹਾ ਕਿ ਜਿਹੜਾ ਸਿੱਖਿਆ ਉਹਦੇ ਲਈ ਪੱਕੀ ਗੱਲ ਆ ਕਿ ਜੋ ਗੁਰ ਕਹੈ ਸੋਈ ਪਲ ਮਾਨੋ। ਹਰ ਹਰ ਕਥਾ ਨਿਰਾਲੀ, ਆਪਣੀ ਨਿਰਾਲੀ ਕਥਾ ਆ, ਵੱਖਰੀ ਕਥਾ ਆ। ਆਪਣੀ ਕਹਾਣੀ ਦੂਜਿਆਂ ਨਾਲ ਥੋੜੀ ਜਿਹੀ ਡਿਫਰੈਂਟ ਆ। ਡਿਫਰੈਂਟ ਕਹਾਣੀ ਇਸ ਕਰਕੇ ਹੈ ਕਿ ਜੋ ਗੁਰੂ ਕਹਿੰਦਾ ਮੈਂ ਉਹ ਮੰਨਦਾ, ਇਹੀ ਮੇਰੀ ਤੇ ਗੁਰੂ ਦੀ ਰਿਲੇਸ਼ਨਸ਼ਿਪ ਆ। ਇੱਥੇ ਜਾ ਕੇ ਇੱਕ ਐਸੀ ਅੰਡਰਸਟੈਂਡਿੰਗ ਬਿਲਡ ਕਰ ਲੈਣੀ ਅੰਦਰ ਕਿ ਗੁਰੂ ਉਪਦੇਸ਼ਾਂ ਨੂੰ ਪੂਰੇ ਡੈਡੀਕੇਸ਼ਨ ਦੇ ਨਾਲ ਸਮਰਪਿਤ ਹੋ ਕੇ ਚੱਲਣਾ। ਤੇ ਕਮਾਲ ਇਹ ਹੈ ਕਿ ਗੁਰੂ ਕੋਈ ਸਾਨੂੰ ਢੋਰਾ ਨਹੀਂ ਬਣਾਉਂਦਾ, ਗੁਰੂ ਸਾਨੂੰ ਵਿਵੇਕੀ ਬਣਾਉਂਦਾ ਆ। ਗੁਰੂ ਸਾਡੇ ਇਨਰ ਇਨਸਟਿੰਕਟ ਨੂੰ ਬਿਲਡ ਕਰਦਾ ਆ। ਗੁਰੂ ਸਾਨੂੰ ਇੰਪਾਵਰਮੈਂਟ ਦਿੰਦਾ ਆ। ਗੁਰੂ ਸਾਨੂੰ ਮਤ ਦਿੰਦਾ ਤੇ ਕਹਿੰਦਾ ਇਸ ਮਤ ਦਾ ਇਸਤੇਮਾਲ ਕਰ। ਅਸੀਂ ਕਿੰਨੀ ਵਾਰੀ ਇਹੋ ਜਿਹੇ ਬਚਨ ਵਿਚਾਰੇ ਜਿਹ 'ਚ ਗੁਰਦੇਵ ਇਹ ਕਹਿੰਦੇ ਅਕਲੀ ਸਾਹਿਬ ਸੇਵੀਐ ਅਕਲੀ ਪਾਈਐ ਮਾਣ, ਅਕਲੀ ਪੜ੍ਹ ਕੇ ਬੂਝੀਐ ਅਕਲੀ ਕੀਚੈ ਦਾਨ, ਨਾਨਕ ਆਖੈ ਰਾਹ ਇਹ ਹੋਰ ਗੱਲਾਂ ਸ਼ੈਤਾਨ। ਜੇ ਕੋਈ ਇਸ ਤੋਂ ਬਿਨਾਂ ਕੋਈ ਗੱਲ ਦੱਸੇ ਨਾ, ਇਹ ਸ਼ੈਤਾਨ ਦੀ ਗੱਲ ਹੈ ਭਾਈ, ਵੀ ਤੂੰ ਇਸ ਰਾਹ ਤੇ ਚੱਲਦਾ। ਨਾਨਕ ਦਾ ਰਾਹ ਤੇ ਅਕਲ ਦਾ ਰਾਹ ਆ। If something is not making sense, that means that is nonsense. Don't do it. If something is making sense to you, then you have to do it. And Guru is leading in this side. Guru is actually you can say in your side that time, and Guru is providing each and every type of help. ਤੇ ਉਹ ਹੈਲਪ ਕਿਸੇ ਹੋਰ ਰੂਪ ਦੇ ਵਿੱਚ ਨਹੀਂ, ਆਤਮ ਵਿਸ਼ਵਾਸ ਦੀ ਹੈ। ਇਸ ਵਿਸ਼ਵਾਸ ਦੀ ਹੈ ਕਿ ਮੈਂ ਸੱਚ ਦੇ ਰਾਹ ਤੇ ਚੱਲ ਰਿਹਾ, ਸਹੀ ਰਾਹ ਤੇ ਚੱਲ ਰਿਹਾ, ਅਸੂਲਾਤਮਕ ਪਰਿਪੇਖ ਵਿੱਚ ਗੁਰੂ ਅੰਗ ਸੰਗ ਹੈ। ਇੱਥੇ ਸਾਹਿਬ ਨੇ ਬਿਆਨ ਕੀਤਾ ਸੇਵਾ ਕਛੂ ਨਾ ਜਾਣੋ। ਮੈਨੂੰ ਨਹੀਂ ਪਤਾ ਕਿਵੇਂ ਸੰਸਾਰ ਵਿੱਚ ਮੈਂ ਆਪਣੇ ਆਪ ਨੂੰ ਲੈ ਕੇ ਜਾਣਾ, ਕਿਵੇਂ ਸੰਸਾਰ ਨੂੰ ਸਰਵ ਕਰਨਾ ਹੈ, ਕਿਉਂਕਿ ਮੈਨੂੰ ਇਸ એનર્ਜੀ ਨੂੰ ਪਤਾ ਹੀ ਨਹੀਂ ਕਿਸ ਰੂਪ ਵਿੱਚ ਮੈਂ ਇਹਨੂੰ ਅਮਲਾਂ ਦੇ ਵਿੱਚ ਕਨਵਰਟ ਕਰਨਾ ਹੈਗਾ। ਇਸ ਕਰਕੇ ਮੈਨੂੰ ਤੇਰੀ ਮਦਦ ਦੀ ਲੋੜ ਹੈ। ਭਾਵ ਮੈਨੂੰ ਤੂੰ ਮਦਦ ਦੇ, ਤੂੰ ਮੈਨੂੰ ਸੋਝੀ ਦੇ। ਇਹ ਬਾਤ ਆ ਰਹੀ ਹੈ। ਅਗਲਾ ਵਚਨ ਹੈ ਇਹਦੇ 'ਚ, ਹਮ ਅਵਗਨ ਕਰੈ ਅਸੰਖ ਨੀਤ ਤੁਮ ਨਿਰਗੁਣ ਦਾਤਾਰੇ। हे मालक हम अवगण करें असंख नीत तुम निर्गुण दातारे। मैं तेरे अगे अरदास करदा मालक, मैं गुणा तो सखण आया, मेरे को गुण कोई नहीं गा, ते अवगण करें असंख नीत। इन्ने क अवगण करते हैं असंख ते निता प्रति, जिन्हां दी गिणती भी नहीं हो सकती। पैर पैर ते असी भुल भुलेखियां च जीने आ। ये रूप विच भी लै लईए कि सिख दा मतलब लर्नर आ, ते सिखना
ਆਲੇ ਦੁਆਲੇ ਦੀਆਂ ਚੰਗਿਆਈਆਂ ਤੋਂ ਸਿੱਖਣਾ ਹੈ, ਅੱਛਾਈਆਂ ਤੋਂ ਸਿੱਖਣਾ ਹੈ, ਚੰਗਿਆਂ ਦੀ ਸੰਗਤ ਕਰਕੇ ਸਿੱਖਣਾ ਹੈ। ਪਰ ਸਭ ਤੋਂ ਵੱਡਾ ਸਿੱਖਣਾ ਆਪਣੀਆਂ ਗਲਤੀਆਂ ਤੋਂ ਸਿੱਖਣਾ ਹੈ। ਕੁਦਰਤ ਮੌਕਾ ਦਿੰਦੀ ਹੈ, ਕੁਦਰਤ ਸਮਾਂ ਦਿੰਦੀ ਹੈ। ਪੈਰ ਪੈਰ ਤੇ ਬੰਦਾ ਮਿਸਟੇਕ ਕਰਦਾ, ਗਲਤੀਆਂ ਕਰਦਾ। ਤੇ ਇਸ ਸਾਰੇ ਦੇ ਅੰਦਰ ਇਹ ਹੈ ਕਿ ਤੁਸੀਂ ਇਮੋਸ਼ਨਲ ਲੈਵਲ ਤੇ ਆਪਣੇ ਆਪ ਨੂੰ ਜਿਹੜਾ ਸਮਝੋ। ਕਿਉਂਕਿ ਹੁੰਦਾ ਇਹ ਕਿ ਕੁਝ ਇਮੋਸ਼ਨ ਸਾਡੇ ਅੰਦਰ ਆਉਂਦੇ, ਅਸੀਂ ਉਹਨਾਂ ਨੂੰ ਜਾਂ ਤੇ ਐਡਰੈਸ ਨਹੀਂ ਕਰਦੇ। ਕਿਉਂਕਿ ਜਿਵੇਂ ਸਪੋਜ਼ ਕਰੋ ਕੋਈ ਕੰਮਕਾਰ ਕੀਤਾ, ਉਹਦੇ ਬਾਬਤ ਐਕਸਪੈਕਟੇਸ਼ਨਸ ਇਹ ਸੀਗੀਆਂ ਕਿ ਇਸ ਤਰ੍ਹਾਂ ਦੇ ਰਿਜ਼ਲਟਸ ਆਉਣਗੇ, ਉਸ ਤੋਂ ਓਪੋਜ਼ਿਟ ਰਿਜ਼ਲਟ ਆ ਗਏ। ਇਮੋਸ਼ਨਲੀ ਇੱਕਦਮ ਮਤਲਬ ਪਹਿਲਾ ਇਮੋਸ਼ਨ ਇਹ ਆਇਆ ਕਿ ਫਰਸਟ੍ਰੇਸ਼ਨ ਆ ਗਈ। ਉਸ ਨੂੰ ਹੈਂਡਲ ਕਰਨ ਦੀ ਬਜਾਏ ਉਸ ਤੋਂ ਕੋਈ ਹੋਰ ਪੁੱਠਾ ਕੰਮ, ਗਲਤ ਕੰਮ ਕਰਦਾ। ਜਿਵੇਂ ਸਪੋਜ਼ ਕਰੋ ਮੈਂ ਇਸ ਤਰ੍ਹਾਂ ਬਿਆਨ ਕਰਾਂ, ਕਿਸੇ ਨੇ ਕੋਈ ਬਿਜ਼ਨਸ ਕੀਤਾ ਜਾਂ ਕੋਈ ਜੋਬ ਕੋਈ ਮਿਲੀ ਸੀ, ਜੋਬ ਕਰਨ ਦੀ ਕੋਸ਼ਿਸ਼ ਕੀਤੀ, ਜੋਬ ਪ੍ਰੋਪਰ ਨਹੀਂ ਡਨ ਹੋਈ, ਉੱਥੋਂ ਕੁਝ ਪੋਜ਼ੀਟਿਵ ਰਿਜ਼ਲਟ ਮਿਲਣ ਦੀ ਬਜਾਏ ਨੈਗੇਟਿਵ ਮਿਲੇ, ਝਿੜਕਾਂ ਮਿਲੀਆਂ ਕੁਝ ਇਸ ਕਿਸਮ ਦੇ ਨਾਲ, ਫਰਸਟ੍ਰੇਸ਼ਨ ਆ ਗਈ। ਉਸ ਇਮੋਸ਼ਨ ਨੂੰ ਪ੍ਰੋਪਰ ਐਡਰੈਸ ਕਰਨ ਦੀ ਬਜਾਏ ਨਸ਼ਾ ਪੀਣ ਲੱਗ ਗਿਆ। ਮਤਲਬ ਇੱਕ ਹੋਰ ਉਸ ਤੋਂ ਅਗਲਾ ਸਟੈਪ ਲੈ ਲਿਆ। ਹਾਂ, ਜੋ ਹੋ ਗਿਆ ਉਹ ਤੇ ਹੋ ਗਿਆ, ਉਸ ਨੇ ਤੇ ਨਹੀਂ ਸੀ ਬਦਲਣਾ। ਨਸ਼ੇ ਦੇ ਵਿੱਚ ਇਹ ਹੋਇਆ ਵੀ ਕੁਝ ਫਾਈਨੈਂਸ਼ੀਅਲ ਜਿਹੜੇ ਹੈਗੇ ਨੇ ਉਹ ਇੱਕ ਤਰ੍ਹਾਂ ਦੇ ਨਾਲ ਕੁਝ ਲੋਸਟ ਕੀਤਾ। ਉਸ ਤੋਂ ਬਾਅਦ ਸੋਸ਼ਲ ਸਟੇਟਸ ਡਾਊਨ ਗਿਆ, ਫਿਜ਼ੀਕਲ ਹੈਲਥ ਖਰਾਬ ਗਈ। ਲੌਂਗ ਰਨ ਦੇ 'ਚ ਉਹ ਹੁਣ ਉੱਥੋਂ ਫਿਰ ਗਿਲਟ ਫੀਲ ਹੋ ਗਿਆ, ਗਿਲਟੀ ਆ ਗਈ। ਹੁਣ ਹੋਰ ਉਸ ਤੋਂ ਜ਼ਿਆਦਾ ਉਹਨਾਂ ਇਮੋਸ਼ਨਸ ਨੂੰ ਹੈਂਡਲ ਕਰਨ ਦੀ ਬਜਾਏ ਹੁਣ ਹੋਪਲੈਸ ਹੋ ਗਿਆ। ਹੁਣ ਸੋਚਿਆ ਕੋਈ ਗੱਲ ਨਹੀਂ, ਆਪਾਂ ਹੁਣ ਜਿਵੇਂ ਓਵਰਡੋਜ਼ ਨਾਲ ਬਹੁਤੀਆਂ ਡੈਥਸ ਹੁੰਦੀਆਂ ਨੇ, ਇੱਥੋਂ ਹੀ ਹੁੰਦੀਆਂ ਨੇ। ਆਹ ਜਿਹੜੀ ਰੂਪ ਹੈ ਸਾਰੇ ਦੀ ਸਾਰੀ, ਬਾਬਾ ਜੀ ਕਹਿੰਦੇ ਇਹ ਸਾਰੀ ਟ੍ਰੇਲ ਦਾ ਇੱਕ ਸਾਈਕਲ ਨੂੰ ਤੋੜਨ ਦਾ ਇੱਕੋ ਤਰੀਕਾ ਆ, ਜਿਹੜਾ ਬੱਚੇ ਨੇ ਕਿਹਾ ਨਾ, ਕਨਫੈਸ਼ਨ ਕਰਨਾ, ਮਾਲਕ ਹਾਂ ਗਲਤੀ ਤੇ ਹੋਈ ਹੈ। ਮੈਂ ਬੀਤੇ ਕੱਲ ਵੀ ਬਾਤ ਕੀਤੀ ਸੀ, there are two words in English language. One is guilt, second is remorse. Remorsefulness is really good thing. Be remorseful. ਇਹਦਾ ਮਤਲਬ ਇਹ ਹੈ ਕਿ ਅਹਿਸਾਸ ਕਰਨਾ, ਹਾਂ ਭਾਈ ਗਲਤੀ ਤੇ ਹੋਈ ਹੈ, ਪਰ ਇਸ ਗਲਤੀ ਨੂੰ ਕਿਸੇ ਗਲਤੀ ਦੇ ਨਾਲ ਹੋਰ ਅੱਗੇ ਜਾ ਕੇ ਵਿਗਾੜਨਾ ਨਹੀਂ ਗਾ, ਸੁਧਾਰਨਾ ਹੈ। ਸੁਧਾਰਾਂਗਾ ਕਿਵੇਂ? ਇੱਥੋਂ ਲੈਸਨ ਲਰਨ ਕਰਾਂਗਾ, ਸਿੱਖ ਬਣਾਂਗਾ, ਸਿੱਖਾਂਗਾ। ਪਰ ਸਿਖਾਏਗਾ ਕੌਣ ਮੈਨੂੰ? ਗੁਰੂ ਕਹਿੰਦਾ ਤੂੰ ਭਾਵੇਂ 1000 ਵਾਰੀ ਗਲਤੀਆਂ ਕਰ, ਮੈਂ ਫਿਰ ਸਿਖਾਵਾਂਗਾ ਤੈਨੂੰ। ਮੈਂ ਸਾਖੀ ਰੂਪ ਵਿੱਚ ਬਾਤ ਬਿਆਨ ਕਰਦਾ। ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਦੇ ਦਰਬਾਰ ਦੇ ਵਿੱਚ ਅਕਬਰ ਆ ਕੇ ਸਫ਼ ਤੇ ਬੈਠਾ, ਅਕਬਰ ਦੀ ਆਪਣੀ ਇਹ ਵਰਡਿੰਗ ਆ, ਜਦੋਂ ਉਸਨੇ ਗੋਇੰਦਵਾਲ ਦਾ ਜਿਹੜਾ ਪੱਤਨ ਸੀਗਾ ਬਿਆਸ ਦਰਿਆ ਤੋਂ ਕ੍ਰਾਸ ਕੀਤਾ, ਤੇ ਸਾਹਮਣੇ ਵੇਖਿਆ ਕਿ ਏਡੀ ਵੱਡੀ ਬਸਤੀ ਵਸ ਗਈ ਹੈ। ਇਸਨੇ ਆਪਣੇ ਦੀਵਾਨ ਟੋਡਰਮਲ ਨੂੰ ਕਿਹਾ, ਦੀਵਾਨ ਜੀ ਅਸੀਂ ਸ਼ਹਿਰ ਕਦੋਂ ਵਸਾਇਆ ਆ? ਉਹ ਦੀਵਾਨ ਟੋਡਰਮਲ ਜਵਾਬ ਦਿੰਦਾ, ਕਹਿੰਦਾ ਬਾਦਸ਼ਾਹ ਸਲਾਮਤ, ਅਸੀਂ ਨਹੀਂ ਵਸਾਇਆ ਇਹ ਸ਼ਹਿਰ। ਅਕਬਰ ਬੜਾ ਹੈਰਾਨ ਹੋਇਆ, ਮੁਲਕ ਮੇਰਾ, ਰਾਜ ਮੇਰਾ, ਏਡਾ ਵੱਡਾ ਸ਼ਹਿਰ ਵਸ ਗਿਆ ਤੇ ਮੈਨੂੰ ਪਤਾ ਵੀ ਨਹੀਂ, ਅਸੀਂ ਵਸਾਇਆ ਵੀ ਨਹੀਂ। ਉਹ ਕਹਿੰਦਾ ਕਿਹਨੇ ਵਸਾਇਆ ਫਿਰ? ਉਹ ਕਹਿੰਦਾ ਜੀ ਇਹ ਨਾਨਕ ਦਾ ਜਾਨਸ਼ੀਨ ਹੈ, ਇਸ ਨੂੰ ਮਾਨਵਤਾ ਇੱਥੇ ਸਾਰੇ ਦੀ ਸਾਰੀ ਲੁਕਾਈ। ਸਤਿਗੁਰੂ ਮਤਲਬ ਬੜਾ ਇੱਕ ਸੱਚਾ ਪਾਤਸ਼ਾਹ ਮੰਨਦੀ ਹੈ, ਤੇ ਉਹਦਾ ਜਾਨਸ਼ੀਨ ਹੈ ਅਮਰਦਾਸ, ਉਸਨੇ ਵਸਾਇਆ। ਅਕਬਰ ਨੇ ਬਾਤ ਸੁਣੀ ਤੇ ਉਹਦੇ ਜ਼ਿਹਨ 'ਚ ਇੱਕਦਮ ਜਿਹੜੀ ਗੱਲ ਆਈ, ਉਹਨੇ ਆਪਣੇ ਮੂੰਹ ਤੋਂ ਬਿਆਨ ਕੀਤੀ। ਕਹਿੰਦਾ ਟੋਡਰਮਲ, ਜੇ ਏਡੀ ਵੱਡੀ ਬਸਤੀ ਇਹਨਾਂ ਨੇ ਵਸਾ ਦਿੱਤੀ ਨਾ, ਸਾਡੀਆਂ ਬਿਲਕੁਲ ਨੱਕ ਦੀ ਨਕੇਲ ਹੇਠ ਅੱਖਾਂ ਦੇ ਸਾਹਮਣੇ, ਇਹ ਧਰਤੀ ਦੇ ਵਾਰਸ ਬਣਨਗੇ, ਇਹ ਰਾਜ ਕਰਨਗੇ ਇੱਥੇ। ਅਕਬਰ ਤਾਂ ਪਹਿਲਾ ਸੀਗਾ, ਤੇ ਇਹ ਅਹਿਸਾਸ ਆ ਰਿਹਾ ਸੀਗਾ ਕਿ ਇਹ ਕਮਿਊਨਿਟੀ ਹੁਣ ਇੱਥੋਂ ਦੀ ਹੋਣੀ ਲਿਖੇਗੀ, ਤੇ ਸੱਚ ਇਹ ਸਾਰੀ ਹੋਣੀ। ਫਿਰ ਉਸ ਤੋਂ ਬਾਅਦ ਗੁਰੂ ਵਰਸਾਏ ਨੇ ਲਿਖੀ ਉਸ ਖਿੱਤੇ ਦੀ, ਉਹ ਸਾਰੀ ਖਿੱਤੇ ਦੀ ਅੱਜ ਵੀ ਹੋਣੀ ਉਹੀ ਲਿਖ ਰਹੇ ਨੇ। ਉਹ ਤੁਸੀਂ ਕਿਸੇ ਜਿਹੜਾ ਮਰਕਜ਼ੀ ਖਾਸ ਕਰਕੇ ਉਹ ਸਾਰੇ ਨਾਰਦਰਨ ਇਸ ਏਰੀਏ ਦੇ ਵਿੱਚ, ਉੱਥੇ ਸਿੱਖ ਸਕੂਲ ਸੈਂਟਰ 'ਚ ਹੈ। ਕੋਈ ਮੂਵਮੈਂਟ ਲੈ ਲਓ ਤੁਸੀਂ, ਭਾਵੇਂ ਪੂਰੇ ਸਾਊਥ ਏਸ਼ੀਅਨ ਖਿੱਤੇ ਦੇ ਵਿੱਚ
ਜੇ ਧਰਮ ਸੁਧਾਰਾਂ ਦੀ ਗੱਲ ਵੀ ਆਉਂਦੀ ਹੈ, ਭਾਵੇਂ ਦੇਵੋ ਸਮਾਜ ਚੱਲਦਾ, ਆਰਿਆ ਸਮਾਜ ਚੱਲਦਾ, ਕੋਈ ਚੱਲਦਾ, ਸਾਰੇ ਅਸੂਲਾਂ ਨੂੰ ਦੇਖੋ ਤੁਸੀਂ, ਤੁਹਾਨੂੰ ਅਸੂਲ ਪੜ੍ਹਦਿਆਂ ਪੜ੍ਹਾਉਂਦਿਆਂ ਪਤਾ ਲੱਗੇਗਾ ਸਿੱਖੀ ਦੇ ਨੇੜੇ ਬਿਲਕੁਲ ਜਾ ਰਹੇ ਨੇ, ਸਿੱਖੀ ਰਿਫਲੈਕਟ ਹੋ ਰਹੀ ਉਹਦੇ 'ਚ, ਇਵਨ ਹਰ ਰੂਪ ਦੇ ਵਿੱਚ। ਸੋ ਪੂਰੇ ਦੇ ਪੂਰੇ ਉਸ ਚੀਜ਼, ਉੱਥੋਂ ਦੇ ਰਹਿਣ ਸਹਿਣ ਨੂੰ, ਸਭ ਨੂੰ ਸਿੱਖੀ ਨੇ ਪ੍ਰਭਾਵਿਤ ਕੀਤਾ, ਉਹਦੇ ਵਿੱਚ ਹੀ ਰਿਹਾ ਉਹ ਸਭ ਚੀਜ਼ਾਂ। ਖੈਰ, ਜਿਹੜੀ ਬੇਨਤੀ ਕਰਨ ਲੱਗਾ ਸੀਗਾ, ਹੁਣ ਤੀਸਰੇ ਜੀਵਨ ਦੀ ਡਿਊਟੀ ਪੂਰੀ ਹੋ ਰਹੀ ਹੈ, ਤੇ ਹੁਣ ਫੋਰਥ ਲਾਈਫ ਇਜ਼ ਗੋਨਾ ਪਲੇ his or her role over there, and Guru Amardas Sahib is actually choosing that fourth one. ਉਹਦੇ ਲਈ ਫਿਰ ਜਿਹੜਾ ਮਹਾਰਾਜ ਨੇ ਇਮਤਿਹਾਨ ਪਾਇਆ ਉਹ ਇਹ ਸੀਗਾ ਕਿ ਕੁਝ ਸਿੱਖਾਂ ਸੇਵਕਾਂ ਨੂੰ ਬੁਲਾਇਆ ਤੇ ਉਹਨਾਂ ਤੋਂ ਥੜੇ ਬਣਵਾਏ, ਥੜੇ ਬਣਾਓ। ਭਾਈ ਰਾਮਾ ਜੀ, ਭਾਈ ਜੇਠਾ ਜੀ, ਇਹ ਸਾਰੇ ਲਗਾਏ, ਭਾਈ ਥੜੇ ਬਣਾਓ। ਸਾਰਿਆਂ ਨੇ ਬਣਾ ਤੇ ਥੜੇ। ਬਾਬਾ ਅਮਰਦਾਸ ਕਹਿਣ ਲੱਗੇ ਅੱਛਾ ਠੀਕ ਹੈ, ਢਾ ਦਿਓ। ਸਾਰੇ ਆਲਮੋਸਟ ਮੁਨਕਰ ਹੋ ਗਏ, ਹੱਦ ਹੋ ਗਈ। ਜੇ ਢਾਣੇ ਸੀ ਤਾਂ ਬਣਾਣੇ ਕਾਹਦੇ ਲਈ ਸੀਗੇ? ਪਰ ਭਾਈ ਜੇਠਾ ਜੀ, ਭਾਈ ਰਾਮਾ ਜੀ, ਉਹਨਾਂ ਨੇ ਢਾ ਦਿੱਤੇ। ਜਦੋਂ ਢਾ ਦਿੱਤੇ, ਗੁਰੂ ਅਮਰਦਾਸ ਸਾਹਿਬ ਕਹਿੰਦੇ ਫਿਰ ਬਣਾਓ। ਫਿਰ ਰਾਮਾ ਜੀ ਕਹਿਣ ਲੱਗੇ ਵੀ ਇਹ ਤਾਂ ਗੱਲ ਠੀਕ ਨਹੀਂ ਹੈ, ਪਹਿਲਾਂ ਬਣਾਏ ਫਿਰ ਢਾਓ, ਹੁਣ ਫਿਰ ਬਣਾਓ। ਜੇ ਫਿਰ ਬਣਾਣੇ ਤੇ ਬਣਾਏ ਤੇ ਸੀਗੇ। ਭਾਈ ਜੇਠਾ ਜੀ ਫਿਰ ਲੱਗ ਗਏ ਬਣਾਉਣ ਵਾਸਤੇ। ਇਹ ਕਿਰਿਆ ਇੱਕ ਵਾਰ ਨਹੀਂ, 7 ਵਾਰ ਚੱਲੀ ਲਗਾਤਾਰ। ਮਤਲਬ 7ਵੀਂ ਵਾਰ ਜਦੋਂ ਬਣਾਇਆ, ਹਰ ਵਾਰੀ ਹੁਕਮ ਹੋਣਾ ਬਣਾਉਣ ਤੋਂ ਬਾਅਦ ਹੁਕਮ ਢਾਣ ਦਾ, ਢਾਣ ਤੋਂ ਬਾਅਦ ਫਿਰ ਬਣਾਉਣ ਦਾ। ਜਦੋਂ 7ਵੀਂ ਵਾਰੀ ਬਣਾਇਆ ਤੇ ਗੁਰੂ ਅਮਰਦਾਸ ਸਾਹਿਬ ਫਿਰ ਆਏ ਤੇ ਫਿਰ ਕਹਿਣ ਲੱਗੇ, ਜੇਠਿਆ ਜੇ ਕਵਾਂ ਢਾ ਦੇ, ਤੇ ਕਹਿਣ ਲੱਗਾ ਜੀ ਮੈਂ ਤੇ ਹੁਕਮ ਦਾ ਪਾਲਕ, ਢਾ ਦੇਣਾ ਉਹਨੇ, ਲਓ। ਬਾਬਾ ਅਮਰਦਾਸ ਸਾਹਿਬ ਕਹਿਣ ਲੱਗੇ, ਜੇਠਾ ਜੀ ਕੀ ਚੱਲ ਰਿਹਾ ਸੁਰਤ 'ਚ, ਅੰਦਰ ਕੀ ਚੱਲ ਰਿਹਾ? ਆਖਰਕਾਰ ਮੈਂ ਕਿਹਾ ਫਰਸਟ੍ਰੇਸ਼ਨ, ਇਹ ਇਮੋਸ਼ਨ ਹੈ। ਜਦੋਂ ਕੁਛ ਵੀ ਸੋਚਦੇ, ਕੁਛ ਵੀ ਚਿਤਵਦੇ, ਉਹਦੇ ਵਿੱਚ ਆਪਣੇ ਮੁਤਾਬਕ ਨਾ ਹੁੰਦਾ ਦਿਸੇ, ਪਹਿਲੇ ਲੈਵਲ ਤੇ ਇਮੋਸ਼ਨ ਜਿਹੜਾ ਹੈਗਾ, ਇਹ ਸਾਡੀ ਪੂਰੀ ਇੰਟਲੈਕਟ ਨੂੰ, ਪੂਰੀ ਸਾਡੀ ਐਬਿਲਿਟੀ ਨੂੰ ਆਪਣੀ ਗ੍ਰਿਫਤ 'ਚ ਲੈ ਲੈਂਦਾ। ਬਸ ਫਿਰ ਬੰਦਾ ਸਿਆਣੇ ਤੋਂ ਸਿਆਣਾ, ਪੜ੍ਹੇ ਲਿਖੇ ਤੋਂ ਪੜ੍ਹੇ ਲਿਖਿਆ, ਧਰਮੀ, ਜੈਸਾ ਮਰਜ਼ੀ ਹੋਏ ਬੰਦਾ, ਉਹ ਬਿਲਕੁਲ ਅੰਨਾ ਹੋ ਜਾਂਦਾ। ਇੱਥੇ ਕੀ ਹੋਇਆ? ਜਦੋਂ ਪੁੱਛਿਆ ਬਾਬਾ ਅਮਰਦਾਸ ਜੀ ਨੇ ਕਿ ਜੇਠਾ ਜੀ ਚੱਲ ਕੀ ਰਿਹਾ ਅੰਦਰ, ਤੇ ਹੱਥ ਜੋੜ ਕੇ ਕਹਿਣ ਲੱਗੇ ਚੱਲ ਇਹ ਰਿਹਾ ਆ ਕਿ ਬੜਾ ਲੱਕੀ ਸਮਝਦਾ ਆਪਣੇ ਆਪ ਨੂੰ, ਬੜਾ ਮੁਕੱਦਰ ਵਾਲਾ ਮੰਨਦਾ ਆਪਣੇ ਆਪ ਨੂੰ, ਤੁਹਾਡੇ ਵਰਗਾ ਗੁਰੂ ਮਿਲਿਆ, ਕੁਝ ਸਿਖਾ ਰਿਹਾ ਤੇ ਕਿੰਨੇ ਧੀਰਜ ਨਾਲ, ਪੇਸ਼ੈਂਸ ਨਾਲ ਸਿਖਾ ਰਿਹਾ। ਮੈਂ ਸਿੱਖ ਨਹੀਂ ਪਾ ਰਿਹਾ ਪਰ ਫਿਰ ਵੀ ਮੈਨੂੰ ਸਿਖਾ ਰਿਹਾ। ਮੇਰੀ ਅਜੇ ਵੀ, ਮਤਲਬ ਇਸ ਤਰੀਕੇ ਨਾਲ ਇੰਨੀ ਵਾਰ ਵੀ ਕੋਈ ਸਿਖਾਉਂਦਾ, ਇੰਨੀ ਵਾਰ ਵੀ ਕੋਈ ਦੱਸਦਾ, ਇੰਨੇ ਮੌਕੇ ਵੀ ਕੋਈ ਦਿੰਦਾ। ਮੌਕੇ ਦੇ ਰਹੇ ਹੋ, ਕੁਝ ਠੀਕ ਨਹੀਂ ਹੋ ਰਿਹਾ ਤਾਂ ਹੀ ਕਹਿ ਰਹੇ ਹੋ। ਬਾਬਾ ਅਮਰਦਾਸ ਜੀ ਨੇ ਗੱਲ ਨਾਲ ਲਾ ਲਿਆ, ਕਹਿਣ ਲੱਗੇ ਬਸ ਆਹੀ ਹੈ। ਕਿਉਂਕਿ ਜਿਹੜਾ ਸਿੱਖਣਾ ਆ, ਦੇਖੋ ਜੇ ਤੇ ਪਰਫੈਕਟ ਹੋ ਗਏ ਫਿਰ ਤੇ ਪੂਰੇ ਹੋ ਗਏ, ਤੇ ਜੇ ਮਿਸਟੇਕਸ ਦੀ ਪੋਸੀਬਿਲਿਟੀ ਹੈ, ਐਰਰਸ ਹੋਣ ਦੀ ਪੋਸੀਬਿਲਿਟੀ ਹੈ, ਤੇ ਫਿਰ ਗਿਲਟ ਕਾਹਦਾ? ਫਿਰ ਤੇ ਸਿੱਖੋ, ਫਿਰ ਤੇ ਅੱਗੇ ਵਧੋ। ਗੁਰੂ ਮਹਾਰਾਜ ਜਿਹੜੀ ਬਿਆਨ ਕੀਤੀ ਨਾ ਇਹਦੇ ਚ ਬਾਤ, ਕਿਆ ਹਮ ਅਵਗਣ ਕਰਹਿ ਅਸੰਖ ਨੀਤ, ਤੁਮ ਨਿਰਗੁਣ ਦਾਤਾਰੇ, ਤੂੰ ਨਿਗੁਣਿਆਂ ਨੂੰ ਵੀ ਦਾਤ ਦੇਣ ਵਾਲਾ, ਤੂੰ ਉਹਨਾਂ ਨੂੰ ਵੀ ਸਿਖਾ ਦੇਣਾ, ਉਹਨਾਂ ਨੂੰ ਵੀ ਦਾਤ ਦੇਣਾ ਹੈ। ਅਗਲਾ ਬਚਨ ਹੈ, ਦਾਸੀ ਸੰਗਤ ਪ੍ਰਭੂ ਤਿਆਗ ਇਹ ਕਰਮ ਹਮਾਰੇ। ਪਰ ਅਨਫੋਰਚੂਨੇਟਲੀ ਦਾਸੀ ਸੰਗਤ, ਦਾਸੀ ਮਾਇਆ ਨੂੰ ਕਿਹਾ ਗਿਆ। ਇਹ ਭਾਰਤੀ ਖਿੱਤੇ ਦੀ ਆਮ ਵੋਕੈਬਲਰੀ ਹੈ ਕਿ ਜਿਹੜਾ ਅਵਤਾਰ ਆ, ਕਿਉਂਕਿ ਉਸ ਨੂੰ ਜਿਹੜਾ ਹੈ ਮਾਧੋ ਕਿਹਾ ਗਿਆ, ਤੇ ਜਿਹੜੀ ਉਹਦੀ ਸੇਵਾਦਾਰ ਲੱਗੀ ਹੈ ਉਹਨੂੰ ਮਾਧਵੀ ਜਾਂ ਲక్ష్ਮੀ ਕਿਹਾ ਗਿਆ। ਬੰਦੇ ਦੀ ਦੁਨੀਆ ਦੇ ਵਿੱਚ ਮਾਇਆ ਦਾ ਪ੍ਰਭਾਵ ਬਹੁਤ ਹੈ। ਮਾਇਆ ਦਾ ਪ੍ਰਭਾਵ ਇਹ ਹੈ ਕਿ ਸਪੋਜ਼, ਮਾਫੀ ਚਾਹਾਂਗਾ, ਬਿਕਾਜ਼ ਤੁਸੀਂ ਬੱਚਿਆਂ ਨੂੰ ਦੇਖੋ, they want to be Messi, Ronaldo and something like that, but they don't want to do hard work like them. end result ਤੇ ਕੋਈ ਚਾਹੀਦਾ ਐਵੇਂ ਦਾ ਹੋ ਜਾਵਾਂ, ਪਰ ਉਹ ਮਿਹਨਤ ਨਾ ਇਹ ਨਾ ਹੋਏ, ਇਹ ਨਹੀਂ ਚਾਹੀਦਾ। ਇਹ ਹੈ ਐਂਡ ਰਿਜ਼ਲਟ ਦਾ ਮਤਲਬ, ਉਹ ਜਿਹੜੀ ਮਾਇਆ ਤੇ ਚਾਹੀਦੀ, ਪ੍ਰਾਪਤੀ ਚਾਹੀਦੀ, ਸ਼ੋਹਰਤ ਚਾਹੀਦੀ, ਸ਼ੋਭਤ ਚਾਹੀਦੀ। ਪਰ ਮੈਂ ਬਸ
ਕਿਸੇ ਤਰੀਕੇ ਨਾਲ। ਤੇ ਇਹਦੇ ਲਈ ਬੰਦੇ ਨੇ ਹਮੇਸ਼ਾ ਸੰਸਾਰ ਵਿੱਚ ਇਹ ਚੀਜ਼ਾਂ ਤੁਹਾਨੂੰ ਦਿਖਣਗੀਆਂ। ਬੰਦਾ ਕਿਸੇ ਸੁਪਰਨੈਚੁਰਲ ਪਾਵਰ ਨੂੰ ਲੱਭ ਰਿਹਾ ਹੈ, ਬੰਦਾ ਕਿਸੇ ਸੁਪਰਸਟੀਸ਼ੀਅਸ ਵੇ ਨਾਲ ਚੀਜ਼ਾਂ ਲੱਭ ਰਿਹਾ ਹੈ। ਮਤਲਬ ਅਸੀਂ ਅਕਲ ਵਾਲੇ ਹੋ ਕੇ ਵੀ ਆਪਣੀ ਅਕਲ ਨੂੰ ਛੁਟਿਆ ਦਿੰਦੇ ਹਾਂ। ਜਦੋਂ ਅਸੀਂ ਇਹ ਸੋਚ ਲੈਂਦੇ ਹਾਂ ਵੀ ਕੋਈ ਨਗ ਮੇਰੀ ਹੈਲਪ ਕਰੇਗਾ ਮੇਰੀ ਨੌਕਰੀ ਦਿਵਾਉਣ ਵਿੱਚ, ਮੇਰਾ ਕਾਰੋਬਾਰ ਚੱਲੇਗਾ, ਪਰ ਕੋਈ ਖਾਸ ਕਿਸਮ ਦਾ ਤਵੀਤ ਹੈਲਪ ਕਰ ਦੇਗਾ ਮੇਰੀ। ਇਹ ਦਾਸੀ ਦੀ ਸੇਵਾ ਆ। ਇਹ ਬੰਦਾ ਕਮਲਾ ਹੋਇਆ ਆ, ਇਹਨੂੰ ਖੁਦ ਨੂੰ ਨਹੀਂ ਪਤਾ ਕਿ ਪਰਛਾਵਾਂ ਨਹੀਂ ਫੜਿਆ ਜਾ ਸਕਦਾ। ਹਾਂ, ਜਿਹਦਾ ਪਰਛਾਵਾਂ ਹੈ ਉਹਨੂੰ ਪਕੜ। ਤੇ ਪਰਛਾਵਾਂ ਦਾ ਮਾਲਕ ਕੌਣ ਹੈ? ਉਹ ਕਰਤਾਰ ਆਪ ਹੈ। ਸਿੱਖ ਐਬਿਲਿਟੀ ਡਿਵੈਲਪ ਕਰਨ ਤੇ ਵਿਸ਼ਵਾਸ ਕਰਦਾ, ਤੇ ਐਬਿਲਿਟੀ ਡਿਵੈਲਪ ਕਰਾਉਣ ਵਾਲਾ ਵਾਹਿਗੁਰੂ ਅਕਾਲ ਪੁਰਖ ਵਾਹਿਗੁਰੂ ਆਪ ਹੈ, ਉਹ ਤੇ ਵਿਸ਼ਵਾਸ ਰੱਖਦਾ। ਇਹਨੂੰ ਬਚਨ ਸੀਗਾ ਨਾ, ਮਾਨ ਕਰੋ ਤੁਦੇ ਉੱਪਰੇ, ਤੇਰੇ ਤੇ ਮਾਣ ਹੈ, ਤੂੰ ਕਰਾਉਣੇਗਾ। ਤੇ ਇੱਥੇ ਫਿਰ ਜਾ ਕੇ ਜਿਹੜੀ ਦਾਸੀ ਦੀ ਕਸ਼ਿਸ਼ ਮੁੱਕ ਜਾਂਦੀ। ਇੱਥੇ ਗੁਣ ਕਮਾਉਣ ਦੀ ਗੱਲ ਹੁੰਦੀ। ਗੁਣਾਂ ਦੇ ਇਵਜ ਵਿੱਚ ਡਿਊ ਟੂ ਦੋਜ਼ ਕੁਆਲਿਟੀਜ਼ ਐਂਡ ਵਰਚੂਸ ਜੋ ਕੁਝ ਮਿਲੇਗਾ ਉਹ ਪ੍ਰਲਭ ਦੇ, ਉਹ ਨਵਾਜਿਸ਼ ਆ, ਉਹਦੀ ਕੋਈ ਗੱਲ ਨਹੀਂ। ਗੱਲ ਇਹ ਹੈ ਵੀ ਗੁਣ ਨਾ ਖਿਰੇ ਕੋਈ। ਇੱਥੇ ਸਾਹਿਬ ਕਹਿੰਦੇ ਮੇਰੀ ਹਾਲਤ ਇਹ ਹੈ, ਆਪਣੇ ਦੇ ਬਾਤ ਟੁਕਾਈ ਸਾਨੂੰ ਸਮਝਾਈ, ਦਾਸੀ ਸੰਗਤ ਪ੍ਰਭੂ ਤਿਆਗ, ਅਸਲ ਪ੍ਰਭੂ ਨੂੰ ਛੱਡ ਦਿੱਤਾ। ਇਹ ਕਰਮ ਹਮਾਰੇ ਤੁਮ ਦੇਵੋ ਸਭ ਕਿਛ ਦਇਆ ਤਾਰ, ਹਮ ਅਕਿਰਤ ਕਣਾਰੇ। ਬੜਾ ਮਤਲਬ ਹਾਰਡ ਵਰਡ ਆ, ਅਕਿਰਤ ਕਣਾਰੇ। ਅਕਿਰਤ ਕਣ, ਅਨਗ੍ਰੇਟਫੁਲ। ਕੋਈ ਚੀਜ਼ ਕਿਸੇ ਲਈ ਕਰੇ ਬੰਦਾ ਗ੍ਰੇਟਫੁਲ ਹੋਣਾ ਚਾਹੀਦਾ ਵੀ ਯੈਸ ਯੂ ਹੈਵ ਡਨ ਸਮਥਿੰਗ ਫॉर ਮੀ ਐਂਡ ਆਈ ਐਮ ਵੈਰੀ ਐਕਚੁਅਲੀ ਗ੍ਰੇਟਫੁਲ ਫॉर दैट। ਤੇ ਬੰਦਾ ਅਨਗ੍ਰੇਟਫੁਲ ਹੋ ਜਾਏ, ਬੰਦਾ ਕਹੇ ਨੋ ਨੋ ਜੋ ਤੂੰ ਕੀਤਾ ਇਹ ਇਨਫ ਨਹੀਂ ਸੀਗਾ, ਸਫੀਸ਼ੀਐਂਟ ਨਹੀਂ ਸੀਗਾ। ਸੰਸਾਰ ਦੇ ਵਿੱਚ ਜਿਹੜੀ ਕੰਪਲੇਂਟ ਕਰਨ ਦੀ ਬਿਰਤੀ ਹੈ ਨਾ ਵੀ ਨਹੀਂ 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 ਮੈਨੂੰ ਤਾਂ ਕੁਝ ਵੀ ਨਹੀਂ ਮਿਲਿਆ, ਮੇਰੀ ਤੇ ਜਿੰਨੀ ਐਬਿਲਿਟੀ ਸੀਗੀ, ਜਿੰਨੀ ਸਮਰੱਥਾ ਸੀ, ਉਹਦੇ ਨੇੜੇ ਤੇੜੇ ਵੀ ਨਾ ਨਾ ਨਾ, ਇਹ ਤੇ ਬਹੁਤ ਗਲਤ ਹੋਇਆ। ਇੱਥੋਂ ਫਿਰ ਬੰਦੇ ਦੇ ਅੰਦਰ ਜਿਹੜੇ ਇਮੋਸ਼ਨਸ ਵੀ ਡਿਵੈਲਪ ਹੁੰਦੇ, ਜਿਵੇਂ ਪਹਿਲਾਂ ਬਾਤ ਕੀਤੀ, ਉਹ ਫਿਰ ਡੈਫੀਨੇਟਲੀ ਇਹਦੀ ਜਿਹੜੀ ਰਿਲੇਸ਼ਨਸ਼ਿਪ ਆ ਆਪਣੇ ਆਪ ਨਾਲ, ਆਲੇ ਦੁਆਲੇ ਨਾਲ, ਸੰਸਾਰ ਨਾਲ, ਤੇ ਰੱਬ ਨਾਲ, ਤੇ ਗੁਰੂ ਨਾਲ, ਉਹ ਸਾਰੀ ਖਰਾਬ ਕਰਾ ਦਿੰਦਾ। ਤੇ ਤੁਹਾਨੂੰ ਲੋਕ ਮਿਲ ਜਾਣਗੇ ਇਹੋ ਜਿਹੇ ਜਿਨ੍ਹਾਂ ਦੇ ਮਨ ਦੇ ਵਿੱਚ ਰੱਬ ਦੇ ਪ੍ਰਤੀ, ਗੁਰੂ ਦੇ ਪ੍ਰਤੀ ਬੜੀ ਫਰਸਟ੍ਰੇਸ਼ਨ ਹੋਏਗੀ, ਬੜੀ ਅੰਦਰ ਕੰਪਲੇਨਸ ਹੋਣਗੀਆਂ ਵੀ ਉਹ ਰੱਬ ਕਾਹਦਾ ਜੀ, ਗੁਰੂ ਕਾਹਦਾ ਹੈ ਜੀ। ਤੇ ਇਹਨੂੰ ਮਾਫੀ ਚਾਹਾਂਗਾ ਮੈਂ ਖਾਸ ਕਰਕੇ ਜਿਹੜੇ ਯੰਗ ਬੱਚੇ ਏਥੀਅਸਟ ਹੋਣ ਦਾ ਬਹੁਤ ਜ਼ਿਆਦਾ ਕਲੇਮ ਕਰਦੇ, ਮੈਂ ਕਾਫੀ ਉਹਨਾਂ ਦੀਆਂ ਕਨਵਰਸੇਸ਼ਨ ਦੇ ਵਿੱਚ ਇਨਵੋਲਵ ਵੀ ਰਿਹਾ ਵਾਂ, ਇਸ ਤਰੀਕੇ ਦੀਆਂ ਗੱਲਾਂ ਦੇਖੀਆਂ ਨੇ। ਤੇ ਕਿਉਂਕਿ ਇਹਨਾਂ ਤੇ ਬੰਦੇ ਨੂੰ ਪਤਾ ਹੈ ਜੇ ਮੈਂ ਪਰਸਨਲ ਲੈਵਲ ਤੇ ਆਪਣੀਆਂ ਸ਼ਿਕਾਇਤਾਂ ਕਰਾਂਗਾ, ਕਿਸੇ ਨੇ ਸੁਣਨੀਆਂ ਨਹੀਂ ਗੀਆਂ। ਇੱਕ ਕੰਮ ਕਰਦੇ ਆ, ਕੁਝ ਹਾਇਰ ਲੈਵਲ ਦੀ ਸ਼ਿਕਾਇਤ ਲੈ ਕੇ ਆਉਂਦੇ ਆ। ਹਾਇਰ ਲੈਵਲ ਦੀ ਸ਼ਿਕਾਇਤ ਕੀ ਹੈ? People are still under poverty, then whose fault is? If you believe in God, then God is not doing his job properly. Aren't you agree with me? ਹਾਂ ਭਾਈ, ਹੁਣ ਆਹ ਜਿਹੜੀ ਗੱਲ ਆ, ਇਹ ਸ਼ਿਕਵਾ ਸ਼ਿਕਾਇਤ, ਹਾਲਾਂਕਿ ਬਾਣੀ ਦੇ ਸੰਦੇਸ਼ ਨੂੰ ਪੜ੍ਹੀਏ, ਕਿਤਿਆਂ ਦੁੱਖ ਭੂਖ ਸਦਮਾਰ। ਅੱਜ ਓਬੀਸਿਟੀ ਕਿੱਡੀ ਵੱਡੀ ਬਿਮਾਰੀ ਹੈ, ਇਹਦੇ ਮੁਕਾਬਲਤਨ ਭੁੱਖ ਜਿਹੜੀ ਹੈ, ਇਹ ਤੇ ਬੜੀ ਵਧੀਆ ਚੀਜ਼ ਹੈ ਜੇ ਬੰਦੇ ਨੂੰ ਸਮਝ ਆ ਜਾਏ। ਤੇ ਚੀਜ਼ਾਂ ਨੂੰ ਸਹੀ ਪਰਸਪੈਕਟਿਵ ਵਿੱਚ ਵੇਖੋ। ਸੰਸਾਰ ਦੇ ਤੌਰ ਤੇ ਸਿਰਫ ਇੱਕੋ ਨਜ਼ਰੀਆ ਨਾ ਰੱਖੋ ਚੀਜ਼ਾਂ ਬਾਰੇ। ਬਾਣੀ ਕਹਿੰਦੀ ਪੁਆਇੰਟ ਆਫ ਵਿਊ ਚੇਂਜ ਕਰੋ ਆਪਣਾ। ਧਰਤੀ ਤੇ ਹਰ ਚੀਜ਼ ਦੇ ਵਿੱਚ ਕੁਛ ਨਾ ਕੁਛ ਮੌਜੂਦ ਆ, ਗੁਣ ਮੌਜੂਦ ਆ। ਇਹ ਜਿਹੜਾ ਬਚਨ ਕਿਹਾ ਮਹਾਰਾਜ ਜੀ ਨੇ, ਸਭ ਕਹਿੰਦੇ ਕਿ ਹੇ ਅਕਾਲ ਪੁਰਖ ਵਾਹਿਗੁਰੂ, ਤੁਮ ਦੇਵ ਹੋ ਸਭ ਕਿਛ ਦਇਆ ਧਾਰ, ਹਮ ਅਕਿਰਤ ਕਣਾਰੇ। ਅਕਿਰਤ ਕਣਾਰੇ, ਸਭ ਕੁਝ ਪ੍ਰਾਪਤ ਕਰਕੇ, ਸਭ ਕੁਝ ਲੈ ਕੇ ਵੀ ਮੈਂ ਗ੍ਰੇਟਫੁਲ ਨਹੀਂ ਗਾ ਤੇਰੇ ਵਾਸਤੇ। ਤੇ ਮੈਂ ਕਈ ਵਾਰੀ ਇਹਦੀ ਬਾਤ ਪਾਈ ਹੈ ਕਿ ਮੈਨੂੰ ਇੱਕ ਬੱਚਾ ਮਿਲਿਆ ਸੀਗਾ ਇੱਥੇ ਸਿਆਟਲ ਕਾਫੀ ਸਾਲ ਪਹਿਲਾਂ, ਮਾਈਕਰੋਸਾਫਟ ਵਿੱਚ ਕੰਮ ਕਰਦਾ ਸੀਗਾ ਐਜ਼ ਏ ਇੰਜੀਨੀਅਰ। ਤੂੰ ਖਰ ਕੁਝ ਗੱਲਾਂ ਬਾਤਾਂ ਹੋਈਆਂ ਸਾਡੀਆਂ, ਤੇ ਪਤਾ ਲੱਗਾ ਕਿੱਥੋਂ ਹੈ ਤੂੰ? ਕਹਿੰਦਾ ਬਿਹਾਰ ਤੋਂ ਹਾਂ। ਅੱਛਾ ਬਿਹਾਰ ਤੋਂ ਹੈ। ਬਾਈ ਚਾਂਸ ਸਮਹਾਓ ਮੇਰੇ ਮੂੰਹ 'ਚ ਨਿਕਲਿਆ, ਮੈਂ ਕਿਹਾ ਠਾਕੁਰ ਹੋਏਗਾ, ਚਲੋ ਅਪਰ ਕਾਸਟ 'ਚ ਹੋਏਗਾ ਤੂੰ, ਹੈ ਨਾ, ਉੱਥੇ ਕਾਸਟ ਸਿਸਟਮ ਬੜਾ ਹੈਗਾ। ਉਹਨੇ ਜਿਹੜਾ ਕਾਸਟ ਦੱਸਿਆ ਉਹ ਬੜੀ ਸਭ ਤੋਂ ਲੋਅਰ ਲੈਵਲ 'ਤੇ ਸੀ। ਫਿਰ ਮੈਂ ਕਿਹਾ ਡੈਫੀਨੇਟਲੀ ਫਿਰ ਹੋਏਗਾ
ਫਾਦਰ ਕੋਈ ਗਵਰਨਮੈਂਟ EMPLOYE ਹੋਏਗਾ, ਰਿਜ਼ਰਵੇਸ਼ਨ ਕਰਕੇ ਜੋਬਾਂ ਵਗੈਰਾ ਮਿਲੀਆਂ, ਉਹਨਾਂ ਦਾ ਕੋਈ ਜ਼ਿੰਦਗੀ ਸੁਧਰੀ ਲੋਕਾਂ ਦੀ, ਉਹਨਾਂ ਨੂੰ ਫਿਰ ਵਿਚਾਰਿਆਂ ਨੂੰ ਕੋਈ ਅਪਰਚੁਨਿਟੀ ਮਿਲੀ ਅੱਗੇ। ਕਹਿੰਦਾ ਨਹੀਂ ਨਹੀਂ, IIT ਤੋਂ ਆਇਆ ਸੀਗਾ ਇੱਥੇ। ਤੇ ਅੱਛਾ, ਫਿਰ ਕਹਿੰਦਾ ਮੇਰਾ ਬਾਪ ਹਲਵਾਈ ਦੇ ਅੱਗੇ, ਹਲਵਾਈ ਦੀ ਦੁਕਾਨ ਦੇ ਅੱਗੇ ਭਾਂਡੇ ਮਾਂਜਦਾ ਹੈ। ਮੈਂ ਕਿਹਾ ਵੀ ਸਲੂਟ ਹੈ ਭਾਈ ਤੈਨੂੰ ਇਸ ਰੂਪ ਦੇ ਵਿੱਚ, ਇੰਨੀ ਮਿਹਨਤ ਕੀਤੀ। ਫਿਰ ਉਹ ਗੱਲਬਾਤ ਕਰਦਾ, ਕਹਿੰਦਾ ਐਕਚੁਅਲੀ ਮੈਂ ਲੱਕੀ ਸੀਗਾ, ਮੇਰੇ ਬੱਚੇ ਇੰਨੇ ਲੱਕੀ ਨਹੀਂ ਹੈਗੇ। ਮੈਂ ਕਿਹਾ ਉਹ ਕਿੱਦਾਂ, ਸਮਝਾ ਮੈਨੂੰ। ਕਹਿਣ ਲੱਗਾ ਮੈਂ ਲੱਕੀ ਸੀਗਾ, ਮੈਨੂੰ ਇਸ ਗੱਲ ਦਾ ਵਿਜ਼ਨ ਸੀਗਾ, ਮੇਰਾ ਫੋਕਸ ਬਿਲਕੁਲ ਕਲੀਅਰ ਸੀਗਾ, ਮੈਂ ਕਿਤੇ ਪਹੁੰਚਣਾ ਆ, ਉਹਦੇ ਕਰਕੇ ਮੈਂ ਡਿਸਟਰੈਕਟ ਨਹੀਂ ਹੋਇਆ, ਪੜ੍ਹਾਈ ਕਰੀ ਗਿਆ। ਇਹਨਾਂ ਦੀ ਫੋਕਸ ਹੀ ਨਹੀਂ ਹੈਗੇ, ਇਹਨਾਂ ਨੂੰ ਪਤਾ ਨਹੀਂ ਕਿਤੇ ਪਹੁੰਚਣਾ ਆ। ਇੱਥੇ ਪਤਾ ਲੱਗਦਾ ਕਿ ਜਿਹੜੀ ਗੁਰਬਤ ਹੈ, ਗਰੀਬੀ ਹੈ, ਜਿਹੜੀ ਲੋੜ ਆ, ਜਿਹੜੀ ਹੈਵਨਟ ਹੋਣ ਦੀ ਉਹਦੀ ਇੱਕ ਤਰੀਕੇ ਦੇ ਨਾਲ ਜਿਹੜਾ ਉਹਦਾ ਜੀਵਨ ਆ, ਉਹਦੇ ਵਾਸਤੇ ਇੱਕ ਵਰ ਬਣ ਗਿਆ, ਬਲਿਸ ਬਣ ਗਿਆ। ਜਿੱਥੇ ਮੈਂ ਬੇਨਤੀ ਕਰਾਂਗਾ ਕਿ ਬੰਦਾ ਸੋਚਣਾ ਚਾਹੇ ਤੇ ਦੁੱਖ ਭੂਖ ਸਦਮਾਰ, ਇਹ ਵੀ ਦਾਤ ਹੈ। ਗ੍ਰੇਟਫੁਲ ਹੋਣਾ ਹੋਏ ਤੇ ਕਿਸੇ ਲੈਵਲ ਤੇ ਵੀ ਹੋਲੇ ਬੰਦਾ। ਪਰ ਜਦੋਂ ਆਪਾਂ ਇਸ ਤਰੀਕੇ ਨਾਲ ਦੇਖਦੇ ਆ, ਸਾਹਿਬ ਬਿਆਨ ਕਰਦੇ ਕਿ ਤੁਮ ਦੇਵੋ ਸਭ ਕਿਛ ਦਇਆ ਤਾਰ ਹਮ ਅਕਿਰਤ ਕਿਨਾਰੇ, ਲਾਗ ਪਰੇ ਤੇਰੇ ਦਾਨ ਸਿਓ ਨਹਿਚਿਤ ਖਸਮਾਰੇ। ਤੇ ਜੋ ਤੂੰ ਦਾਨ ਕਰਦਾ ਉਹਦੇ ਨਾਲ ਤੇ ਬੜੇ ਲੱਗੇ ਆ, ਬੜੇ ਜ਼ੋਰ ਦੇ ਨਾਲ, ਤੇ ਚਿੱਤ ਖਸਮਾਰੇ, ਖਸਮ ਚੇਤੇ 'ਚ ਵੀ ਨਹੀਂਗਾ, ਜ਼ਹਿਨ 'ਚ ਵੀ ਨਹੀਂ ਹੈਗਾ। ਬੰਦੇ ਨੂੰ ਅਹਿਸਾਸ ਇਹ ਰਹੇ ਇਹ ਮੈਨੂੰ ਜੀਵਨ ਜੀਣ ਵਾਸਤੇ ਆਰ ਪਦਾਰਥ ਸਭ ਮਾਲਕ ਦਾ ਗਿਫਟ ਆ, ਤੇ ਇਸ ਨੂੰ ਮੈਂ ਮਾਣਦਾ, ਇੰਜੋਏ ਕਰਦਾ ਹੋਇਆ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਗੁਜ਼ਾਰ ਹੋਵਾਂ। ਇਹਨੂੰ ਬਾਣੀ ਸਿਮਰਨ ਕਹਿੰਦੀ ਹੈ। ਅਸੀਂ ਲਿਟਰਲੀ ਤੌਰ ਤੇ ਬਚਨ ਪੜ੍ਹਦੇ ਹਾਂ, ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨੀਸਾਨ। ਲਿਟਰਲੀ ਤੌਰ ਤੇ ਬਾਬਾ ਜੀ ਕਹਿੰਦੇ ਜਹ ਪ੍ਰਸਾਦ 36 ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖਮਨ ਮਾਹੇ। ਰਮਈਆ ਕੇ ਗੁਣ ਚੇਤ ਪਰਾਨੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਓ। ਭਲੇ ਬੰਦੇ ਯਾਦ ਕਰ, ਜਿਹੜਾ ਇੰਨੇ ਗੁਣ ਕਰ ਰਿਹਾ ਤੇਰੇ ਨਾਲ, ਉਹਨੂੰ ਵਿਥਾਰ ਨਾ, ਉਹਨੂੰ ਆਪਣੇ ਆਪ ਤੋਂ ਦੂਰ ਨਾ ਕਰ, ਆਪਣੀ ਸੁਰਤ 'ਚ ਉਹਦਾ ਅਹਿਸਾਸ ਕਰ, ਸ਼ੁਕਰਗੁਜ਼ਾਰ ਹੋ। ਸਾਹਿਬ ਬਿਆਨ ਕਰਦੇ ਹਾਲਤ ਇਹ ਬਣ ਗਈ ਕਿ ਜੋ ਕੁਝ ਤੂੰ ਮੈਨੂੰ ਦੇ ਰਿਹਾ, ਲਾਗ ਪਰੇ ਤੇਰੇ ਦਾਨ ਸਿਓ, ਉਹ ਦਾਨ ਤੇ ਮੈਂ ਇੰਜੋਏ ਕਰ ਰਿਹਾ, ਮੈਂ ਪਦਾਰਥ ਨੂੰ ਹੰਡਾ ਰਿਹਾ, ਪਰ ਨਹਿ ਚੀਤ ਖਸਮਾਰੇ, ਹੇ ਖਸਮ ਤੂੰ ਚੇਤੇ 'ਚ ਵੀ ਨਹੀਂ ਮੇਰੇ 'ਚ। ਬਿਲਕੁਲ ਅੰਤਰੀਆਂ ਲਾਈਨਾਂ ਤੇ ਆ ਜਾਈਏ। ਤੁਝ ਤੇ ਬਾਹਰ ਕਿਛ ਨਹੀਂ, ਭਵ ਕਾਟਣ ਹਾਰੇ। ਭਵ ਡਰ ਨੂੰ ਕਹਿੰਦੇ ਹਾਂ ਅਸੀਂ, ਭਵ ਸਾਗਰ ਸੰਸਾਰ ਨੂੰ ਕਿਹਾ ਗਿਆ ਆ। ਬੰਦੇ ਦੇ ਬਾਬਤ ਤੇ ਪੋਸੀਬਿਲਿਟੀ ਹੈ, ਬੰਦਾ ਜਿਵੇਂ ਗਲਤੀਆਂ ਦੀ ਗੱਲ ਹੋਈ, ਇਹਦੇ 'ਚ ਅਪਰਾਧਾਂ ਦੀ, ਔਗਣਾਂ ਦੀ, ਕਮੀਆਂ ਦੀ, ਖਾਮੀਆਂ ਦੀ ਗੱਲ ਹੋਈ, ਤੇ ਜਿਵੇਂ ਕਮੀ ਖਾਮੀ ਬੰਦੇ ਨੂੰ 2-4 ਵਾਰੀ ਕੋਈ ਜਤਾ ਦੇ, ਕੋਈ ਰਿਅਲਾਈਜ਼ ਕਰਾ ਦੇ, ਜਾਂ ਬੰਦੇ ਤੋਂ ਆਪਣੇ ਆਪ ਬੰਦਾ ਕਿਤੇ ਰਿਅਲਾਈਜ਼ ਕਰ ਲੇ ਕਿ ਉਹ ਆਈ ਹੈਵਨਟ ਡਨ ਸਮਥਿੰਗ ਗੁੱਡ। ਇਹਦੇ ਵਿੱਚੋਂ ਜਿਹੜਾ ਨੈਕਸਟ ਅਪਰੋਚ ਜੀਵਨ 'ਚ ਆਉਂਦੀ ਹੈ ਨਾ, ਉਹ ਆਉਂਦੀ ਹੈ ਡਰ ਦੀ। ਜੋ ਆਪਾਂ ਡਰਾਈਵ ਕਰੀਏ, 2-4 ਮਿਸਟੇਕਸ ਕਰ ਲਈਏ, ਉਸ ਤੋਂ ਬਾਅਦ ਡਰਾਈਵ ਨਹੀਂ ਕਰ ਪਾਵਾਂਗੇ, ਹਾਰਡ ਹੋ ਜਾਏਗਾ। ਧਰਤੀ ਤੇ ਬੰਦਾ ਜਿਉਣ ਲਈ ਆਇਆ ਹੈ, ਬੰਦਾ ਜਿਉਣਾ ਛੱਡ ਦਿੰਦਾ। ਧਰਮ ਦੀ ਪਰਿਭਾਸ਼ਾ ਦੇਖੋ ਸਾਡੇ ਉਸ ਖਿੱਤੇ 'ਚ ਕੀ ਹੈ। ਈਵਨ ਇੱਥੇ ਵੀ ਲੇਟੈਸਟ ਇੱਕ ਬੁੱਕ ਬੜੀ ਪੜ੍ਹੀ ਗਈ ਨਾਰਥ ਅਮਰੀਕਾ ਦੇ ਵਿੱਚ, ਉਹਦਾ ਟਾਈਟਲ ਸੀਗਾ ਮੌਂਕ ਹੂ ਸੋਲਡ ਫਰਾਰੀ। ਜਿਹੜੀ ਫਰਾਰੀ ਕਾਰ ਹੈ ਨਾ, ਇਹ ਲਗਜ਼ਰੀਅਸ ਲਾਈਫ ਸਟਾਈਲ ਦੀ ਸਿੰਬਲ ਆ, ਤੇ ਮੌਂਕ ਪੀਪਲ ਹੂ ਰਿਨਾਊਂਸ ਦ ਵਰਲਡ। ਮਤਲਬ ਅਜੇ ਤੱਕ ਵੀ ਇਹ ਮੰਨਿਆ ਗਿਆ ਹੈ ਵੀ ਜੇ ਤੁਸੀਂ ਧਰਮੀ ਬਣਨਾ ਆ ਤੇ ਤੁਹਾਨੂੰ ਜ਼ਿੰਦਗੀ ਦੇ ਸੁੱਖ ਸੁਖਾਨ ਤਿਆਗਣੇ ਪੈਣਗੇ। ਉਹਦੇ 'ਚ ਕਾਰਨ ਵੀ ਕੀ ਹੈ ਕਿ ਬੰਦਾ ਜਦੋਂ ਧਰਤੀ ਤੇ ਵਿਚਰਦਾ ਤੇ ਗਲਤੀਆਂ ਤੇ ਹੁੰਦੀਆਂ, ਤੇ ਗਲਤੀਆਂ ਹੁੰਦੀਆਂ ਤੇ ਕਹਿੰਦਾ ਓ ਹੋ ਪਤਾ ਆਪਾਂ ਨਾ ਬਸ ਇਹ ਛੱਡ ਹੀ ਦਈਏ, ਸੰਸਾਰ ਆਪਣੇ ਤੋਂ ਨਹੀਂ ਚੱਲਣਾ ਹੈ। ਸਭ ਤੋਂ ਵਧੀਆ ਤਰੀਕਾ ਇਹ ਹੈ ਉਦਾਸੀ ਲੈ ਕੇ ਸੰਸਾਰ ਤੋਂ ਬਾਹਰ ਚਲੇ ਜਾਈਏ। ਸਾਹਿਬ ਇੱਥੇ 'ਚ ਬਿਆਨ ਕਰਦੇ ਤੁਝ ਤੇ ਬਾਹਰ ਕਿਛ ਨਹੀਂ ਭਵ ਕਾਟਣ ਹਾਰੇ। ਹੇ ਮਾਲਕ, ਤੇਰੀ ਦਿੱਤੀ ਜ਼ਿੰਦਗੀ ਹੈ, ਤੂੰ ਆਪ ਹੀ ਚਲਾਉਣ ਵਾਲਾ ਆ। ਜੇ ਮੈਂ ਤੈਨੂੰ ਸਮਰਪਿਤ ਹੋ ਕੇ ਚੱਲਾਂਗਾ, ਭਵ ਕਾਟਣ ਹਾਰੇ, ਡਰ ਲੈ ਜਾਣਗੇ ਸਾਰੇ। ਗਲਤੀਆਂ ਗੁਸਤਾਖੀਆਂ ਇਹ ਕਰਨ ਦਾ ਭੈ ਹੀ ਰਹਿ ਜਾਏਗਾ। ਜਿੱਥੇ ਕਿਤੇ ਮਿਸਟੇਕ ਹੋਏਗੀ ਸਿੱਖ ਕੇ ਅੱਗੇ ਵਧਾਂਗਾ, ਅੱਗੇ ਤੂੰ ਬਾਂਹ ਫੜੇਗਾ, ਜੇ ਗਲਤੀ ਹੋਈ ਕੱਲ ਨੂੰ ਭਲਾ ਵੀ ਹੋਏਗਾ। ਆਹ ਰੂਪ ਆ,
ਅੰਤਲੀ ਲਾਈਨ ਹੈ ਬਿਲਕੁਲ। ਕਹੋ ਨਾਨਕ ਸ਼ਰਨ ਦਿਆਲ ਗੁਰ ਲਿਓ ਮੁਗਧ ਉਧਾਰੇ। हे ਨਾਨਕ ਕਹਿ, हे ਅਕਾਲ ਪੁਰਖ ਵਾਹਿਗੁਰੂ ਦਇਆ ਦੇ ਸੋਮੇ, ਤੂੰ ਮੇਰੇ ਵਾਸਤੇ ਗੁਰ ਆ। ਗੁਰ ਗਾਈਡ ਨੂੰ ਵੀ ਕਿਹਾ ਜਾਂਦਾ, ਮਾਸਟਰ ਨੂੰ ਵੀ ਕਿਹਾ ਜਾਂਦਾ ਹੈ, ਰਾਹ ਵਿਖਾਉਣ ਵਾਲਾ। ਲਿਹ ਮੁਗਧ ਉਧਾਰੇ, ਇਸ ਮੁਗਧ ਨੂੰ ਉਧਾਰ ਲੈ। ਮੁਗਧ ਉਧਾਰਨ ਦਾ ਮਤਲਬ ਇਹ ਹੁੰਦਾ ਹੈ ਕਿ ਲਿਟਰਲੀ ਤੌਰ ਤੇ ਕਿਸੇ ਦੀ ਬਾਹ ਪਕੜ ਕੇ ਉਹਨੂੰ ਤੋੜਨਾ। ਮਹਾਰਾਜ ਮੈਨੂੰ ਇਸ ਰੂਪ ਵਿੱਚ ਤਰਸ ਕਰ। ਸਭ ਰਹਿਮਤ ਕਰਨ ਇਹਨਾਂ ਆਲਮੀ ਵਾਕਾਂ ਚੋਂ ਅਸੀਂ ਪ੍ਰੇਰਨਾ ਲਈਏ, ਗੁਰਮਤਿ ਗਾੜੀ ਰਾਹ ਤੇ ਧਾਰਨੀ ਹੋਈਏ, ਗੁਰਬਾਣੀ ਦੇ ਸਾਸ਼ੇ ਨੂੰ ਜੀਵਨ ਵਿੱਚ ਅਪਣਾ ਸਕੀਏ। ਇਹ ਦਿਲੀ ਅਰਦਾਸ ਨਾਲ ਅਰਦਾਸ ਉਹਨਾਂ ਮਾਈ ਭਾਈ ਦੀ ਜੋ ਕਿਰਸਾਨੀ ਸੰਘਰਸ਼ ਲਈ ਜੂਝ ਰਹੇ ਨੇ, ਭਾਈ ਉਹਨਾਂ ਦੀ ਸਫਲਤਾ ਹੋਏ, ਚੜ੍ਹਦੀ ਕਲਾ ਹੋਏ। ਇੰਨੀਆਂ ਕੁ ਬੇਨਤੀਆਂ ਨਾਲ ਖਿਮਾ। ਸਭ ਪ੍ਰੇਮ ਆਵਾਜ਼ ਦੇ ਕੇ ਕਹਿਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।